ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹੂੰ ਕਰੀ ਵਖਿਆਨ। ਜਿਹਾ ਤੂੰ ਕਰਾਹੇ ਤਿਹਾ ਹੂੰ ਕਰੀ ਵਖਿਆਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਦਰਿਆਵੈ ਕੰਨੈ ਬਗਲਾ, ਬੈਠਾ ਕੇਲ ਕਰੇ। ਕੇਲ ਕਰੰਦੇ ਹੰਝ ਨੂੰ ਅਚਿੰਤੇ ਬਾਜ ਪਏ। ਬਾਜ ਪਏ ਤਿਸ ਰਬ ਦੇ, ਕੇਲਾਂ ਵਿਸਰੀਆਂ। ਜੋ ਮਨ ਚਿਤ ਨਾ ਚੇਤੇ ਸਨ, ਸੋ ਗਾਲੀ ਰਬ ਕੀਆਂ। ਜੋ ਮਨ ਚਿਤ ਨਾ ਚੇਤੇ ਸਨ, ਸੋ ਗਾਲੀ ਰਬ ਕੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਸੁਭਾਇਮਾਨ ਹੋਏ ਬੈਠੇ ਸਤਸੰਗੀ ਜਨੋ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਿਮਾ ਨੂੰ ਦੇਸ਼ ਪ੍ਰਦੇਸ਼ ਵਿੱਚ ਜਿਹੜੇ ਵੀ ਗੁਰੂ ਪਿਆਰੇ ਸਰਵਣ ਕਰ ਰਹੇ ਹਨ, ਆਓ ਸਾਹਿਬਾਂ ਦੇ ਵੱਲੋਂ ਬਖਸ਼ੇ ਹੋਏ ਇਹ ਅਗੰਮੀ ਬੋਲਾਂ ਨੂੰ ਵਿਚਾਰਨ ਦਾ ਯਤਨ ਕਰੀਏ। ਜੋ ਵਿਚਾਰ ਅਧੀਨ ਸ਼ਬਦ ਸਰਵਣ ਕੀਤਾ ਹੈ, ਸਤਿਗੁਰਾਂ ਜੀ ਦੀ ਪਾਵਨ ਬਖਸ਼ਿਸ਼ ਦੇ ਰਹਿਮਤ ਦੇ ਪਾਤਰ ਬਣੀਏ। ਬਾਬਾ ਫਰੀਦ ਜੀ ਨੇ ਪਾਵਨ ਸਲੋਕ ਦੇ ਰਾਹੀਂ ਜੋ ਵਿਚਾਰ ਸਾਨੂੰ ਬਖਸ਼ੇ ਹਨ, ਇਹ ਪਾਵਨ ਵਿਚਾਰ ਜਿਹੜੇ ਨੇ ਉਹਨਾਂ ਦੇ ਰਾਹੀਂ ਬਾਬਾ ਫਰੀਦ ਜੀ ਉਹਨਾਂ ਮਨੁੱਖਾਂ ਬਾਰੇ ਸਮਝਾ ਰਹੇ ਹਨ, ਜਿਹੜੇ ਬੰਦੇ ਜਗਤ ਤਮਾਸ਼ਿਆਂ ਦੇ ਵਿੱਚ ਮਸਤ ਹਨ ਅਤੇ ਆਪਣਾ ਮਨੁੱਖਾ ਜੀਵਨ ਜਿਹੜਾ ਹੈ ਉਹ ਬਗਲਿਆਂ ਦੇ ਵਾਂਗ ਸੰਸਾਰ ਦੇ ਵਿੱਚ ਜੀ ਰਹੇ ਹਨ। ਕਿਉਂਕਿ ਦੋ ਤਰ੍ਹਾਂ ਦੀ ਜ਼ਿੰਦਗੀ ਹੈ। ਇੱਕ ਜ਼ਿੰਦਗੀ ਉਹ ਹੈ ਜਦੋਂ ਸੰਸਾਰ ਦੇ
ਰੰਗ ਤਮਾਸ਼ਿਆਂ ਦੇ ਵਿੱਚ ਮਨੁੱਖ ਮਸਤ ਹੋ ਜਾਂਦਾ ਹੈ, ਉਸ ਨੂੰ ਮੌਤ ਚੇਤੇ ਨਹੀਂ ਰਹਿੰਦੀ। ਅਤੇ ਪਿਆਰ ਵਾਲਿਓ, ਸੱਚ ਜਾਣਨਾ ਇੱਕ ਉਹ ਨੇ ਜਿਨ੍ਹਾਂ ਨੇ ਜਿਉਂਦਿਆਂ ਜੀ ਆਪਣੇ ਮਨੁੱਖਾ ਜੀਵਨ ਦੀ ਸੋਝੀ ਹਾਸਲ ਕਰ ਲਈ। ਜੋ ਅਸੀਂ ਕੱਲ੍ਹ ਵਿਚਾਰਿਆ ਸੀ ਕਿ ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਕਈ ਵਾਰੀ ਐਸਾ ਵੀ ਦੇਖਣ ਨੂੰ ਮਿਲਦਾ ਕਿ ਇਹ ਬੋਲ ਕੋਈ ਗੁਰਮੁਖ ਸੱਜਣ ਜਦੋਂ ਸੰਸਾਰ ਤੋਂ ਚਲਾ ਜਾਂਦਾ ਹੈ ਤਾਂ ਵੀ ਕਈ ਵਾਰੀ ਕੀ ਹੁੰਦਾ ਹੈ ਕਿ ਉਹਦੇ ਪਰਥਾਏ ਇਹ ਬੋਲ ਜਿਹੜੇ ਨੇ ਉਹ ਪੜ੍ਹੇ ਜਾਂਦੇ ਹਨ। ਪਰ ਇਹ ਪਰਥਾਏ, ਇਹ ਬੋਲ ਉਸ ਮਨੁੱਖ ਦੇ ਪਰਥਾਏ ਨੇ ਜਿਸ ਨੂੰ ਸੰਸਾਰ ਵਿੱਚ ਮੌਤ ਚੇਤੇ ਨਹੀਂ ਸੀ, ਮਾਇਆ ਦੇ ਵਿੱਚ ਪੂਰਨ ਤੋੜ ਤੋਂ ਗਲਤਾਨ ਸੀ ਔਰ ਮੌਤ ਨੂੰ ਵਿਸਾਰ ਕੇ ਬੈਠਾ ਹੋਇਆ ਸੀ। ਆਓ ਬਾਬਾ ਫਰੀਦ ਜੀ ਨੇ ਜੋ ਗੱਲਾਂ ਸਮਝਾਈਆਂ, ਇਸ ਸਲੋਕ ਦੇ ਰਾਹੀਂ ਆਪਾਂ ਦੋ ਚੀਜ਼ਾਂ ਸਮਝਣ ਦਾ ਯਤਨ ਕਰਾਂਗੇ। ਇੱਕ ਤਾਂ ਜਿਹੜੀ ਮੌਤ ਹੈ ਉਹ ਅਟਲ ਸੱਚਾਈ ਹੈ। ਇੱਕ ਸੰਸਾਰ ਦੇ ਵਿੱਚ ਜਿਉਂਦੇ ਜੀ ਵੀ ਬਹੁਤ ਕੁਝ ਐਸਾ ਹੋ ਰਿਹਾ ਹੈ ਜੋ ਸਾਡੇ ਮਨ ਵਿੱਚ ਅਤੇ ਚਿੱਤ ਵਿੱਚ ਨਹੀਂ ਹੈ, ਪਰ ਪਰਮਾਤਮਾ ਉਹ ਵੀ ਕਰ ਰਿਹਾ, ਸੰਸਾਰ ਦੇ ਵਿੱਚ ਉਹ ਵੀ ਕੁਝ ਹੋ ਰਿਹਾ। ਸੋ ਜਿਤਨੀਆਂ ਵੀ ਸੰਗਤਾਂ ਸਾਹਿਬਾਂ ਦੀਆਂ ਖੁਸ਼ੀਆਂ ਲੈਣ ਵਾਸਤੇ ਗੁਰੂ ਘਰ ਨਾਲ ਜੁੜਦੀਆਂ ਹਨ ਜਾਂ ਇਹ ਵਿਚਾਰ ਜਦੋਂ ਵੀ ਸਮਾਂ ਮਿਲਦਾ ਉਹ ਸਰਵਣ ਕਰਦੀਆਂ ਹਨ, ਸਾਰਿਆਂ ਨੇ ਮਨੋਵਿਰਤੀਆਂ ਇਕਾਗਰ ਕਰਨੀਆਂ, ਧਿਆਨ ਗੁਰੂ ਸ਼ਬਦ ਅਤੇ ਗੁਰੂ ਵਿਚਾਰ ਦੇ ਵਿੱਚ ਜੋੜਨਾ ਅਤੇ ਇੱਕ ਵਾਰ ਰਸਨਾ ਨੂੰ ਪਵਿੱਤਰ ਕਰੋ। ਪਿਆਰ ਨਾਲ ਆਖੋ ਜੀ ਸਤਿਨਾਮ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਮਨੁੱਖ ਸੰਸਾਰ ਦੇ ਵਿੱਚ ਆਇਆ ਹੈ ਅਤੇ ਇਹ ਬਾਬਾ ਫਰੀਦ ਜੀ ਸਮਝਾ ਰਹੇ ਹਨ, ਇਸ ਤਰ੍ਹਾਂ ਹੀ ਹੈ ਜਿਵੇਂ ਦਰਿਆ ਦੇ ਕੰਢੇ 'ਤੇ ਬੈਠਾ ਹੋਇਆ ਬਗਲਾ ਕਲੋਲ ਕਰਦਾ ਹੈ, ਇਸ ਤਰ੍ਹਾਂ ਹੀ ਅਸੀਂ ਜੀਵ ਸੰਸਾਰ ਦੇ ਵਿੱਚ ਮੌਤ ਨੂੰ ਭੁਲਾ ਕੇ ਅਤੇ ਪਰਮਾਤਮਾ ਨੂੰ ਭੁਲਾ ਕੇ ਸੰਸਾਰ ਦੇ ਵਿੱਚ ਬਗਲੇ ਬਿਰਤੀ ਵਾਲੇ ਕੰਮ ਜਦੋਂ ਕਰਦੇ ਹਾਂ, ਕਿਉਂਕਿ ਦੋ ਤਰ੍ਹਾਂ ਦੀਆਂ ਬਿਰਤੀਆਂ ਗੁਰਮਤਿ ਨੇ ਦੱਸੀਆਂ ਨੇ, ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾਂ ਭਾਲਣ ਜਾਵੇ। ਹੰਸ ਬਿਰਤੀ ਜਿਹੜੀ ਉਹ ਗੁਰਮੁਖ ਦੀ ਆਖੀ ਗਈ ਹੈ, ਜਿਸਦਾ ਕੰਮ ਹੀ ਹੈ ਹੀਰੇ ਮੋਤੀ ਚੁਗਣਾ, ਅਤੇ ਜਿਹੜਾ ਬਗਲਾ ਬਿਰਤੀ ਵਾਲਾ ਮਨਮੁਖ ਇਨਸਾਨ ਹੈ ਉਸਦਾ ਕੰਮ ਹੈ ਸੰਸਾਰ ਦੇ ਪਦਾਰਥਾਂ ਨੂੰ ਇਕੱਠੇ ਕਰਨਾ। ਔਰ ਬੜੀ ਇਕਾਗਰਤਾ ਦੇ ਨਾਲ ਜਿਹੜਾ ਮਨਮੁਖ ਹੈ ਉਹ ਸੰਸਾਰ ਦੇ ਪਦਾਰਥਾਂ ਨੂੰ, ਇਸ ਮਾਇਆ ਨੂੰ ਸੰਸਾਰ ਦੇ ਵਿੱਚ ਇਕੱਠੀ ਕਰਦਾ ਹੈ ਔਰ ਇਕੱਠੀ ਕਰਦੇ ਕਰਦੇ ਇਸ ਹੱਦ ਤੱਕ ਚਲਾ ਜਾਂਦਾ ਹੈ ਕਿ ਉਸ ਨੂੰ ਵਾਪਸ ਜਾਣਾ ਭੁੱਲ ਹੀ ਜਾਂਦਾ ਸੰਸਾਰ ਦੇ ਵਿੱਚੋਂ। ਇਹ ਸਮਾਂ ਆਉਣਾ, ਇੱਕ ਦਿਨ ਮੈਂ ਇੱਥੋਂ ਵਾਪਸ ਵੀ ਮੁੜਨਾ ਹੈ, ਮੇਰੀ ਮੌਤ ਵੀ ਆਉਣੀ ਹੈ, ਇਹ ਭੁੱਲ ਜਾਂਦਾ ਹੈ। ਅਸਲ ਵਿੱਚ ਮਨੁੱਖ ਨੂੰ ਜੇ ਕੁਝ ਭੁੱਲਿਆ ਤਾਂ ਦੋ ਚੀਜ਼ਾਂ ਨੇ ਜੋ ਭੁੱਲੀਆਂ ਨੇ, ਬਾਕੀ ਮਨੁੱਖ ਨੂੰ ਹਰ ਇੱਕ ਚੀਜ਼ ਸੰਸਾਰ ਦੀ ਚੇਤੇ ਹੈ। ਗੁਰੂ ਨਾਨਕ ਪਾਤਸ਼ਾਹ ਨੇ ਬੜੇ ਪਿਆਰ ਨਾਲ ਸਾਨੂੰ ਸਮਝਾਇਆ, ਆਖਣ ਲੱਗੇ ਖਾਣਾ ਪੀਣਾ ਹੱਸਣਾ ਸੋਣਾ ਇਹ ਮਨੁੱਖ ਨੂੰ ਯਾਦ ਹੈ। ਕੀ ਖਾਣਾ ਹੈ, ਕਦੋਂ ਖਾਣਾ ਹੈ, ਕਿਵੇਂ ਖਾਣਾ ਹੈ। ਔਰ ਇੱਥੇ ਤੱਕ ਮਨੁੱਖ ਦੀ ਹਾਲਤ ਹੈ ਜਿਹੜੀ ਚੀਜ਼ਾਂ ਨੂੰ ਗੁਰੂ ਰੋਕਦਾ ਹੈ, ਇਹ ਮਨੁੱਖ, ਇਹ ਸਿੱਖ ਉਹ ਵੀ ਚੀਜ਼ ਖਾ ਲੈਂਦਾ ਹੈ। ਧਿਆਨ ਦਿਓ ਗੱਲ 'ਤੇ। ਮਨੁੱਖ ਨੂੰ ਖਾਣਾ ਚੇਤੇ ਹੈ, ਜਿਹੜੀ ਗੱਲਾਂ ਤੋਂ ਸਤਿਗੁਰਾਂ ਨੇ ਰੋਕਿਆ
ਇਹ ਕਈ ਵਾਰੀ ਉਹ ਵੀ ਖਾ ਲੈਂਦਾ ਹੈ। ਪੀਣਾ ਕੀ ਪੀਣਾ ਹੈ, ਕਿੱਥੇ ਪੀਣਾ ਹੈ, ਕਦੋਂ ਪੀਣਾ ਹੈ, ਇਹ ਵੀ ਚੇਤੇ ਹੈ। ਔਰ ਜਿਹੜੀ ਚੀਜ਼ਾਂ ਤੋਂ ਗੁਰੂ ਨੇ ਪੀਣ ਤੋਂ ਰੋਕਿਆ ਮਨੁੱਖ ਉਹ ਵੀ ਪੀ ਲੈਂਦਾ ਹੈ। ਔਰ ਮਨੁੱਖ ਨੂੰ ਇਹ ਵੀ ਪਤਾ ਹੈ ਕਿ ਕਿਸ ਵੇਲੇ ਹਾਸਾ ਮਖੌਲ ਕਰਨਾ ਹੈ, ਹੱਸਣਾ ਹੈ, ਕਿਸ ਵੇਲੇ ਰੋਣਾ ਹੈ, ਚੁੱਪ ਰਹਿਣਾ ਹੈ। ਇਹ ਚੰਗੀ ਤਰ੍ਹਾਂ ਇਸ ਗੱਲਾਂ ਨੂੰ ਜਾਣਦਾ ਹੈ। ਅਤੇ ਸੋਣਾ ਕਿੱਥੇ ਹੈ, ਕਦੋਂ ਸੋਣਾ ਹੈ, ਕਿਵੇਂ ਸੋਣਾ, ਇਹ ਵੀ ਇਸ ਨੂੰ ਚੇਤੇ ਹੈ। ਪਾਓ ਕਿ ਜ਼ਿੰਦਗੀ ਦੇ ਇਹ ਸਾਰੀਆਂ ਚੀਜ਼ਾਂ ਮਨੁੱਖ ਦੇ ਚੇਤੇ ਵਿੱਚ ਨੇ। ਪਰ ਸਾਹਿਬ ਆਖਦੇ ਨੇ ਵਿਸਰ ਗਿਆ ਹੈ ਮਰਨਾ। ਇੱਕ ਚੀਜ਼ ਇਹ ਬੰਦੇ ਤੈਨੂੰ ਭੁੱਲ ਗਈ ਹੈ। ਪਹਿਲੀ ਚੀਜ਼ ਜਿਹੜੀ ਭੁੱਲੀ ਹੈ ਇਹਨਾਂ ਸਾਰਿਆਂ ਵਿੱਚੋਂ ਉਹ ਹੈ ਤੈਨੂੰ ਮੌਤ ਭੁੱਲ ਗਈ ਹੈ। ਮਨੁੱਖ ਨੂੰ ਮੌਤ ਚੇਤੇ ਨਹੀਂ, ਮੌਤ ਯਾਦ ਨਹੀਂ। ਇਹ ਗੱਲ ਵੱਖਰੀ ਹੈ, ਬੰਦਾ ਕਹਿ ਦਿੰਦਾ ਜੀ ਅਸੀਂ ਮਰਨਾ ਹੈ। ਪਰ ਗੁਸਤਾਖੀ ਮਾਫ, ਕਹਿਣ ਵਾਲੇ ਜਿਹੜੇ ਬਹੁਤੇ ਅਸੀਂ ਦੇਖੇ ਜਿਨ੍ਹਾਂ ਨੂੰ ਮੌਤ ਯਾਦ ਨਹੀਂ ਹੈ, ਬਸ ਕਹਿ ਰਹੇ ਨੇ ਕਿ ਮਰ ਜਾਣਾ, ਕੋਈ ਨਹੀਂ, ਸਾਰਿਆਂ ਨੇ ਮਰਨਾ ਹੈ ਜੀ। ਪਰ ਉਸਦੇ ਅਨੁਭਵ ਵਿੱਚ ਨਹੀਂ ਹੈ ਇਸ ਚੀਜ਼ ਨੂੰ। ਕਿਉਂਕਿ ਕਹਿਣਾ ਇੱਕ ਆਮ ਗੱਲ ਹੈ, ਬੰਦਾ ਕਹਿ ਦਿੰਦਾ ਵੀ ਸਭਨਾਂ ਨੇ ਮਰਨਾ, ਕੋਈ ਨਹੀਂ, ਬੰਦਾ ਤੁਰ ਗਿਆ ਫਿਰ ਕੀ ਹੋਇਆ, ਮਰਨਾ ਤੇ ਅਸੀਂ ਵੀ, ਸਾਰਿਆਂ ਨੇ ਮਰਨਾ। ਪਰ ਉਹ ਕਹਿਣ ਵਿੱਚ ਉਸਦਾ ਅਨੁਭਵ ਨਹੀਂ ਹੈ, ਸਗੋਂ ਉਹ ਆਪਣੀ ਮੌਤ ਨੂੰ ਭੁਲਾ ਕੇ ਵਿਸਾਰ ਕੇ ਬੈਠਾ ਹੋਇਆ ਹੈ। ਗੁਰੂ ਨਾਨਕ ਪਾਤਸ਼ਾਹ ਆਖਦੇ ਨੇ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ ਤਰਕ ਜੀਵਨ ਨਹੀਂ ਰਹਿਣਾ। ਦੂਜੇ ਨੰਬਰ 'ਤੇ ਪਰਮਾਤਮਾ ਭੁੱਲ ਗਏ। ਔਰ ਪਰਮੇਸ਼ਰ ਨੂੰ ਭੁਲਾ ਕੇ ਮਨੁੱਖ ਜਿਹੜਾ ਹੈ ਉਹ ਮਾਇਆ ਦੇ ਹੱਥੋਂ ਖੁਆਰ ਹੋਇਆ। ਇਹ ਜਿਹੜਾ ਖੁਆਰੀ ਦਾ ਕਾਰਨ ਹੈ ਸਾਡੀ, ਉਹਦਾ ਇੱਕੋ ਹੀ ਕਾਰਨ ਹੈ ਪਿਆਰ ਵਾਲੇ, ਉਹ ਹੈ ਖਸਮ ਨੂੰ ਭੁੱਲ ਜਾਣਾ, ਪਰਮੇਸ਼ਰ ਨੂੰ ਭੁੱਲ ਜਾਣਾ। ਖਸਮ ਵਿਸਾਰ ਖੁਆਰੀ ਕੀਨੀ ਤਰਕ ਜੀਵਨ ਨਹੀਂ ਰਹਿਣਾ। ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਉਹ ਤਰਕਾਰ ਹੈ ਜੀਵਨ ਨੂੰ, ਕਿਉਂਕਿ ਰਹਿਣਾ ਨਹੀਂ ਹੈ। ਵੀ ਐਸਾ ਹੋਵੇ ਕਿ ਰੱਬ ਨੂੰ ਭੁਲਾ ਦਈਏ, ਜਿਹੜਾ ਸੱਦਾ ਭੇਜਣ ਵਾਲਾ ਉਸਨੂੰ ਭੁਲਾ ਦਈਏ ਅਤੇ ਫਿਰ ਸੰਸਾਰ ਦੇ ਵਿੱਚ ਰਹਿ ਸਕੀਏ, ਜਾਣਾ ਨਾ ਹੋਵੇ, ਕਿਉਂਕਿ ਉਹਨੂੰ ਯਾਦ ਹੀ ਨਹੀਂ ਰਹਿਣਾ ਜੇ ਅਸੀਂ ਭੁਲਾ ਦਿੱਤਾ। ਪਰ ਐਸਾ ਤਾਂ ਨਹੀਂ ਨਾ। ਅਸੀਂ ਰੱਬ ਨੂੰ ਭੁਲਾ ਕੇ ਸੰਸਾਰ ਦੇ ਵਿੱਚ ਗਲਤਾਨ ਹੋ ਕੇ, ਸੰਸਾਰ ਵਿੱਚ ਖਚਿਤ ਹੋ ਕੇ ਫਿਰ ਵੀ ਸੰਸਾਰ ਤੋਂ ਜਾਣਾ ਹੈ। ਭਾਵੇਂ ਬਿਲਕੁਲ ਮੌਤ ਨੂੰ ਵਿਸਾਰ ਦਈਏ, ਖਸਮ ਨੂੰ ਵੀ ਵਿਸਾਰ ਦਈਏ, ਜਿਹੜਾ ਕਿ ਮੌਤ ਦਾ ਪੈਗਾਮ ਭੇਜਣ ਵਾਲਾ ਹੈ, ਪਰ ਉਸਨੇ ਤਾਂ ਆਪਣਾ ਕੰਮ ਕਰਨਾ। ਗੁਰੂ ਸਾਹਿਬ ਕਹਿੰਦੇ ਨੇ ਕਿ ਤੇਰਾ ਜੀਵਨ ਇਸ ਤਰ੍ਹਾਂ ਦਾ ਹੈ ਕਿ ਤੂੰ ਵਾਕਈ ਚੀਜ਼ਾਂ ਯਾਦ ਰੱਖੀਆਂ ਨੇ, ਮੌਤ ਨੂੰ ਭੁੱਲ ਗਿਆ ਅਤੇ ਪਰਮੇਸ਼ਰ ਨੂੰ ਭੁੱਲ ਗਿਆ। ਜਿਹਦੇ ਘਰ 'ਚ ਜਾਣਾ ਤੂੰ ਉਹਨੂੰ ਭੁੱਲ ਗਿਆ, ਔਰ ਜਿਹੜਾ ਕੰਮ ਤੇਰੇ ਨਾਲ ਹੋਣ ਵਾਲਾ, ਵਰਤਣ ਵਾਲਾ, ਉਹ ਸੱਚਾਈ ਭੁੱਲ ਗਈ ਹੈ। ਪਰ ਇੱਕ ਗੱਲ ਖਿਆਲ ਦੇ ਵਿੱਚ ਰੱਖ, ਆਪਣੀ ਯਾਦ ਵਿੱਚ ਰੱਖ। ਬਾਬਾ ਫਰੀਦ ਜੀ ਕਹਿੰਦੇ ਫਰੀਦਾ ਦਰਿਆ ਵੈ ਕੰਨੈ ਬਗਲਾ। ਹੇ ਫਰੀਦ, ਬੰਦਾ ਜਗਤ ਦੇ ਰੰਗ ਤਮਾਸ਼ਿਆਂ ਵਿੱਚ ਮਸਤ ਹੈ। ਜਿਵੇਂ ਦਰਿਆ ਦੇ ਕੰਢੇ 'ਤੇ ਬੈਠਾ ਹੋਇਆ ਜਿਹੜਾ ਬਗਲਾ ਕਲੋਲ ਕਰਦਾ ਹੈ, ਇਸ ਤਰ੍ਹਾਂ ਇਹ ਕਲੋਲਾਂ ਕਰ ਰਿਹਾ ਹੈ। ਬੈਠਾ ਕੇਲ ਕਰੇ। ਜਿਵੇਂ ਦਰਿਆ ਦੇ ਕਿਨਾਰੇ 'ਤੇ ਬੈਠਾ ਹੋਇਆ ਬਗਲਾ ਜਿਹੜਾ ਹੈ ਨਾ, ਉਹ ਕਦੀ ਮੱਛੀਆਂ ਫੜਦਾ ਹੈ, ਕਦੀ ਛੱਡ ਦਿੰਦਾ ਹੈ, ਖਾ ਲੈਂਦਾ ਹੈ, ਫਿਰ ਦੂਜੀ ਫੜ ਲੈਂਦਾ ਹੈ, ਉਹਨਾਂ ਨਾਲ ਕਲੋਲਾਂ ਕਰਦਾ ਹੈ। ਇਸ ਤਰ੍ਹਾਂ ਮਨੁੱਖ ਮਾਇਆ ਦੇ ਵਿੱਚ ਰਹਿ ਕੇ ਇੱਥੇ ਕਲੋਲ ਕਰ ਰਿਹਾ ਹੈ। ਇਹਨਾਂ ਕਲੋਲਾਂ ਦੇ ਵਿੱਚ ਮਸਤ ਹੈ ਮਨੁੱਖ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਇੱਕ ਥਾਂ ਇਹ ਵੀ ਲਿਖਿਆ ਸਤਿਗੁਰ ਨੇ ਕਿ ਕਈ ਵਾਰੀ ਜਿਹੜੇ ਪੰਛੀ ਨੇ ਉਹ ਤਾਰਾਂ ਦੇ ਉੱਤੇ ਬਿਜਲੀ ਦੇ ਬਹਿ ਜਾਂਦੇ ਨੇ, ਪਰ ਉਹਨਾਂ ਨੂੰ ਪਤਾ ਨਹੀਂ ਵੀ ਇਹਨਾਂ ਵਿੱਚ ਬਿਜਲੀ ਦੌੜ ਰਹੀ ਹੈ। ਅਤੇ ਕਈ ਵਾਰੀ ਉਹ ਕਲੋਲਾਂ ਕਰਦੇ ਨੇ ਉਹਨਾਂ ਤਾਰਾਂ 'ਤੇ ਬੈਠੇ ਹੋਏ, ਅਤੇ ਕਈ ਵਾਰੀ ਉੱਥੇ ਉਹਨਾਂ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ। ਜਿਸ ਤਰ੍ਹਾਂ ਕਿ ਇੱਥੇ ਨਦੀ ਦੇ ਕਿਨਾਰੇ ਬੈਠੇ ਹੋਏ ਬਗਲੇ ਦੀ ਉਦਾਹਰਨ ਸਤਿਗੁਰਾਂ ਨੇ ਦਿੱਤੀ। ਮਨੁੱਖ ਨੂੰ ਹਰ ਇੱਕ ਤਰੀਕੇ ਦੇ ਨਾਲ ਸਤਿਗੁਰ ਸਮਝਾ ਰਹੇ ਹਨ ਕਿ ਤੂੰ ਬਗਲਾ ਬਿਰਤੀ ਬਣਿਆ ਹੋਇਆ ਸੰਸਾਰ ਦੇ ਵਿੱਚ, ਔਰ ਸੰਸਾਰ ਦੇ ਵਿੱਚ ਰਹਿ ਕੇ ਕਲੋਲਾਂ ਕਰ ਰਿਹਾ। ਕਿਉਂਕਿ ਕਹਾਂ ਭਇਓ ਜੋ ਦੁਲੋਚਨ ਮੂੰਦ ਕੈ ਬੈਠ ਰਿਓ ਵਗ ਧਿਆਨ ਲਗਾਇਓ।
ਸਾਡੀ ਹਾਲਤ ਬਹੁਤੀ ਐਸੀ ਹੈ, ਜੇ ਅਸੀਂ ਧਾਰਮਿਕ ਵੀ ਦਿਖਾਈ ਦਿੰਦੇ ਹਾਂ ਨਾ, ਤੇ ਧਾਰਮਿਕ ਵੀ ਅੱਖਾਂ ਹੀ ਬੰਦ ਨੇ, ਮਾਫ ਕਰਨਾ, ਪਰ ਸਾਡੀ ਬਿਰਤੀ ਵੀ ਇੱਥੇ ਹੀ ਖਲੋਤੀ ਹੋਈ ਹੈ ਕਿ ਜਿਵੇਂ ਬਗਲੇ ਦੀ ਬਿਰਤੀ ਹੈ, ਡੱਡੀਆਂ ਫੜਨੀਆਂ, ਮੱਛੀਆਂ ਫੜਨੀਆਂ, ਉਸ ਤੋਂ ਅੱਗੇ ਨਹੀਂ ਗਈ। ਬਿਰਤੀ ਉੱਥੇ ਹੀ ਖਲੋਤੀ ਹੋਈ ਹੈ। ਮਨੁੱਖ ਦੀ ਐਸੀ ਹਾਲਤ, ਇਸ ਕਰਕੇ ਗੁਰੂ ਸਾਹਿਬ ਜੀ ਮਨੁੱਖ ਨੂੰ ਇੱਥੇ ਬਗਲੇ ਦੀ ਤੁਲਨਾ ਦੇ ਰਹੇ ਹਨ, ਕਿਉਂਕਿ ਜਿਹੜਾ ਹੰਸ ਹੈ, ਜਿਹੜਾ ਗੁਰਮੁਖ ਹੈ, ਉਸ ਨੂੰ ਮੌਤ ਚੇਤੇ ਹੈ। ਗੁਰਮੁਖ ਨੂੰ ਪਤਾ ਹੈ ਕਿ ਮੈਂ ਸੰਸਾਰ ਤੋਂ ਜਾਣਾ ਹੈ, ਇਸ ਕਰਕੇ ਗੁਰਮੁਖ ਹਮੇਸ਼ਾ ਹੀ ਆਪਣੀ ਤਿਆਰੀ ਰੱਖਦਾ ਹੈ। ਗੁਰਮੁਖ ਤਾਂ ਆਖਦਾ ਹੈ ਪਰਮਾਤਮਾ, ਮੈਂ ਤਾਂ ਤੇਰੇ ਸੱਦੇ ਦੀ ਉਡੀਕ ਕਰਦਾ ਵੀ ਕਦੋਂ ਸੱਦਾ ਭੇਜੇਗਾ, ਮੈਂ ਜਾਣ ਵਾਸਤੇ ਤਿਆਰ ਹਾਂ। ਇਸ ਪ੍ਰਥਾਏ ਮੈਂ ਇੱਕ ਗਾਥਾ ਪੜ੍ਹ ਰਿਹਾ ਸੀ, ਸਨਮੁਖ ਤੇ ਗੁਰਮੁਖ ਮਨਮੁਖ ਦੀ। ਇੱਕ ਸਾਹੂਕਾਰ ਦੇ 2 ਪੁੱਤਰ ਸਨ, ਔਰ ਪਿਆਰ ਵਾਲਿਓ ਸੱਚ ਜਾਣਨਾ, ਉਸ ਸਾਹੂਕਾਰ ਨੇ ਉਹਨਾਂ ਨੂੰ ਵਪਾਰ ਕਰਨ ਵਾਸਤੇ ਭੇਜਿਆ। ਪਿਤਾ ਨੇ ਕੁਝ ਪੂੰਜੀ ਦਿੱਤੀ, ਪੈਸੇ ਦਿੱਤੇ ਵੀ ਜਾਓ, ਇਸ ਪੈਸੇ ਤੋਂ ਦੋਨੋਂ ਵਪਾਰ ਕਰਕੇ ਲੈ ਕੇ ਆਓ। ਦੋਨੋਂ ਵਪਾਰ ਕਰਨ ਵਾਸਤੇ ਚਲੇ ਗਏ, ਪਰ ਇੱਕ ਬੱਚਾ ਉਹਨਾਂ ਵਿੱਚੋਂ ਆਗਿਆਕਾਰੀ ਸੀ। ਉਸਨੇ ਵਪਾਰ ਕੀਤਾ ਪਿਤਾ ਦੀ ਆਗਿਆ ਵਿੱਚ ਰਹਿ ਕੇ, ਡਰ ਦੇ ਵਿੱਚ, ਭਉ ਭਾਵਨੀ ਵਿੱਚ ਰਹਿ ਕੇ, ਤੇ ਉਹ ਤਰੱਕੀ ਕਰ ਗਿਆ, ਵਪਾਰ ਵਿੱਚ ਕਾਮਯਾਬ ਹੋ ਗਿਆ। ਪਰ ਜਿਹੜਾ ਦੂਜਾ ਬੱਚਾ ਸੀ, ਉਸਨੇ ਕੀ ਕੀਤਾ, ਮਿਲੀ ਹੋਈ ਪੂੰਜੀ ਨੂੰ, ਜੋ ਵਪਾਰ ਵਾਸਤੇ ਮਿਲੀ ਸੀ, ਉਸਦੇ ਨਾਲ ਸ਼ਰਾਬਾਂ ਪੀ ਲਈਆਂ, ਜੂਏ ਖੇਡਣ ਲੱਗ ਪਿਆ, ਹੋਰ ਗਲਤ ਪਾਸੇ ਜਾਣ ਲੱਗ ਪਿਆ। ਮਿਲੀ ਹੋਈ ਪੂੰਜੀ ਨੂੰ ਉਹ ਸਾਰੇ ਇਹਨੂੰ ਗਵਾ ਦਿੱਤਾ। ਹੁਣ ਜਦੋਂ ਸਾਹੂਕਾਰ ਨੇ ਭੇਜਿਆ ਸੀ ਤੇ ਦੋਵਾਂ ਨੂੰ ਇੱਕ ਗੱਲ ਆਖੀ ਸੀ ਵੀ ਜਦੋਂ ਮੈਂ ਤੁਹਾਨੂੰ ਸੱਦਾਂ ਤੇ ਉਸ ਵੇਲੇ ਤੁਸੀਂ ਦੋਵਾਂ ਨੇ ਆਉਣਾ, ਉਸ ਤੋਂ ਪਹਿਲਾਂ ਤੁਸੀਂ ਨਹੀਂ ਆਉਣਾ, ਜਦੋਂ ਮੈਂ ਸੱਦਾਂਗਾ ਉਦੋਂ ਹੀ ਤੁਸੀਂ ਆਉਣਾ। ਹੁਣ ਜਿਸ ਨੇ ਕਿ ਸਹੀ ਤਰੀਕੇ ਨਾਲ ਕੰਮ ਕੀਤਾ, ਵਪਾਰ ਕੀਤਾ, ਪੂੰਜੀ ਇਕੱਠੀ ਕਰ ਲਈ, ਤੇ ਉਹ ਤਿਆਰ ਹੈ ਕਿ ਕਦੋਂ ਪਿਤਾ ਦਾ ਸੱਦਾ ਆਵੇ ਤੇ ਉਹ ਸਾਨੂੰ ਸੱਦੇ ਤੇ ਉਹ ਜਾਣ ਵਾਸਤੇ ਇੱਕ ਪਲ ਪਲ ਉਡੀਕ ਕਰਦਾ ਹੈ, ਕਿਉਂਕਿ ਇਸਦੀ ਪੂਰੀ ਤਿਆਰੀ ਹੈ। ਵਪਾਰ ਦੇ ਵਿੱਚ ਸਫਲਾ ਹੋ ਗਿਆ, 4 ਪੈਸੇ ਜੋੜ ਲੈਣੇ, ਔਰ ਮਨ ਵਿੱਚ ਇਹ ਉਮੰਗ ਹੈ ਕਿ ਜਾ ਕੇ ਦੱਸਾਂਗਾ ਵੀ ਇਹ ਸਾਰਾ ਮੈਂ ਕਿਵੇਂ ਇਕੱਠਾ ਕੀਤਾ। ਮੇਰੇ ਪਿਤਾ ਨੇ ਬੜਾ ਪ੍ਰਸੰਨ ਹੋਣਾ ਹੈ। ਪਰ ਦੂਜਾ ਜਿਹੜਾ ਸੀ, ਉਹਨੂੰ ਇਹ ਡਰ ਸਤਾ ਰਿਹਾ ਸੀ ਕਿਤੇ ਪਿਤਾ ਦਾ ਸੱਦਾ ਨਾ ਆ ਜਾਵੇ, ਕਿਤੇ ਜਾਣਾ ਨਾ ਪੈ ਜਾਏ, ਕਿਉਂਕਿ ਮੈਂ ਤਾਂ ਸਾਰੀ ਪੂੰਜੀ ਜਿਹੜੀ ਹੈ ਉਹ ਲੁਟਾ ਕੇ ਬੈਠਾ ਹੋਇਆ। ਇੱਕ ਜਿਹੜਾ ਹੈ ਉਹ ਸੱਦੇ ਦੀ ਉਡੀਕ ਕਰ ਰਿਹਾ ਤੇ ਦੂਜਾ ਸੱਦੇ ਤੋਂ ਘਬਰਾ ਰਿਹਾ ਹੈ ਵੀ ਕਿਤੇ ਸੱਦਾ ਆ ਨਾ ਜਾਏ। ਜੇ ਸੱਦਾ ਆ ਗਿਆ ਤੇ ਜਾ ਕੇ ਕੀ ਜਵਾਬ ਦੇਵਾਂਗਾ ਵੀ ਜੋ ਤੁਸੀਂ ਪੂੰਜੀ ਦਿੱਤੀ ਸੀ ਉਹ ਮੈਂ ਕਿੱਥੇ ਬਰਬਾਦ ਕੀਤੀ ਹੈ। ਪਿਆਰ ਵਾਲਿਓ, ਸੱਚ ਜਾਣਨਾ ਇਹ ਸਾਡੀ ਮਨੁੱਖਾਂ ਦੀ ਹਾਲਤ ਹੈ। ਪਰਮਾਤਮਾ ਸਾਡਾ ਪਿਤਾ ਹੈ, ਉਹ ਸਾਹੂਕਾਰ ਹੈ। ਉਸਨੇ ਸਵਾਸਾਂ ਦੀ ਪੂੰਜੀ ਦੇ ਕੇ ਸਾਨੂੰ ਸੰਸਾਰ ਦੇ ਵਿੱਚ ਇੱਥੇ ਵਪਾਰ ਕਰਨ ਵਾਸਤੇ ਭੇਜਿਆ ਸੀ। ਔਰ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਵੀ ਕਿ ਵਣਜ ਕਰੋ ਵਣਜਾਰਿਓ ਵਖਰ ਲਿਓ ਸਮਾਲ। ਹੇ ਵਣਜਾਰੇ ਲੋਕੋ, ਸੰਸਾਰ ਦੇ ਵਿੱਚ ਤੁਸੀਂ ਵਣਜ ਕਰਨ ਆਏ ਹੋ, ਇਸ ਕਰਕੇ ਨਾਮ ਰੂਪੀ ਵਖਰ ਨੂੰ ਸੰਭਾਲ ਲਓ। ਇੱਥੇ ਇਹ ਖਜ਼ਾਨਾ ਇਕੱਠਾ ਕਰ ਲਓ। ਸਵਾਸਾ ਰੂਪੀ ਪੈਸੇ ਦਿੱਤੇ, ਪਰਮਾਤਮਾ ਨੇ ਇਹ ਪੂੰਜੀ ਦਿੱਤੀ ਹੈ। ਤੇ ਜਿਹੜਾ ਗੁਰਮੁਖ ਹੈ ਉਹ ਆਪਣੇ ਸਵਾਸਾ ਰੂਪੀ ਪੂੰਜੀ ਨੂੰ ਸਫਲੀ ਕਰ ਲੈਂਦਾ ਹੈ, ਸੰਸਾਰ ਦੀਆਂ ਕੇਲਾਂ ਵਿੱਚ ਕਲੋਲਾਂ ਚੋਂ ਨਿਕਲ ਜਾਂਦਾ ਹੈ, ਰੰਗ ਤਮਾਸ਼ਿਆਂ ਦੇ ਵਿੱਚੋਂ ਮਸਤ ਨਾ ਰਹਿ ਕੇ ਉਹ ਨਾਮ ਨਾਲ ਬਿਰਤੀ ਨੂੰ ਜੋੜਦਾ ਹੈ ਤੇ ਉਹ ਨਾਮ ਨਾਲ ਜੁੜ ਕੇ ਆਪਣੀ ਜਮਾ ਪੂੰਜੀ ਜਿਹੜੀ ਇਕੱਠੀ ਕਰ ਲੈਂਦਾ ਹੈ, ਰਹਿਰਾਸ ਇਕੱਠੀ ਕਰ ਲੈਂਦਾ ਹੈ ਤੇ ਉਸ ਨੂੰ ਉਡੀਕ ਰਹਿੰਦੀ ਹੈ ਵੀ ਕਦੋਂ ਅਕਾਲ ਪੁਰਖ ਵਾਹਿਗੁਰੂ ਪਿਤਾ ਮੈਨੂੰ ਸੱਦਣ ਤੇ ਮੈਂ ਉਸਦੇ ਘਰ ਵਿੱਚ ਜਾ ਕੇ ਦੱਸਾਂ ਵੀ ਤੇਰੀ ਕਿਰਪਾ ਹੋਈ, ਮੈਂ ਇਸ ਤਰ੍ਹਾਂ ਇਹ ਨਾਮ ਜਪ ਕੇ ਇਹ ਰਾਸ ਪੂੰਜੀ ਇਕੱਠੀ ਕੀਤੀ ਹੈ। ਪਰ ਜਿਹੜਾ ਮਨਮੁਖ ਹੈ, ਜਿਸਨੇ ਆਪਣੀ ਪੂੰਜੀ ਵਿਕਾਰਾਂ ਦੇ ਵਿੱਚ, ਔਗਣਾਂ ਦੇ ਵਿੱਚ, ਹੋਰ ਚੀਜ਼ਾਂ ਦੇ ਵਿੱਚ ਖਰਚ ਕਰ ਲਈ ਹੈ, ਉਹ ਇੱਥੋਂ ਜਾਣ ਤੋਂ ਡਰਦਾ ਹੈ। ਉਹ ਆਪਣੀ ਕਲੋਲਾਂ ਵਿੱਚ ਹੀ ਮਸਤ ਰਹਿੰਦਾ ਹੈ, ਜੂਆ ਖੇਡਣ ਵਿੱਚ ਹੀ ਮਸਤ ਰਹਿੰਦਾ, ਬੁਰਾਈਆਂ ਵਿੱਚ ਹੀ ਮਸਤ ਰਹਿੰਦਾ ਹੈ, ਔਗਣਾਂ ਵਿੱਚ ਹੀ ਮਸਤ ਰਹਿੰਦਾ ਹੈ। ਉਸ ਨੂੰ ਜਾਣ ਦਾ ਸੱਦਾ ਹੀ ਭੁੱਲ ਗਿਆ। ਹੁਣ ਇਹ ਪਿਤਾ ਨੇ ਕਿਹਾ ਸੀ ਕਿ ਵਾਪਸ ਸੱਦਣਾ ਤੇ ਉਹ ਸੱਦਾ ਭੁੱਲ ਗਿਆ। ਗੁਰਮੁਖ ਨੂੰ ਸੱਦਾ ਚੇਤੇ ਹੈ,
ਗੁਰਮੁਖ ਨੂੰ ਪਤਾ ਹੈ ਕਿ ਮਰਨ ਲਿਖਾਏ ਮੰਡਲ ਮੈਂ ਆਏ, ਵੀ ਮੌਤ ਤਾਂ ਲਿਖਵਾ ਕੇ ਆਏ, ਜਾਣਾ ਪੈਣਾ ਤੋਂ ਵਾਪਸ। ਇੱਥੇ ਸਦੀਵ ਕਾਲੀ ਨਹੀਂ ਹੈ, ਸਾਹੂਕਾਰ ਦੇ ਕੋਲ ਤਾਂ ਜਾਣਾ ਹੀ ਪੈਣਾ। ਇਸ ਕਰਕੇ ਬਾਬਾ ਫਰੀਦ ਜੀ ਆਖਣ ਲੱਗੇ, ਜਿਹੜੇ ਬੰਦੇ ਜਗਤ ਦੇ ਰੰਗ ਤਮਾਸ਼ਿਆਂ ਵਿੱਚ, ਸੰਸਾਰ ਦੀਆਂ ਕਲੋਲਾਂ ਦੇ ਵਿੱਚ ਇੱਥੇ ਮਸਤ ਹੋਏ ਸਨ। ਖਿਆਲ ਕਰਨਾ, ਅਸੀਂ ਤਕਰੀਬਨ ਲੋਕ ਕੋਈ ਵਿਰਲਾ ਹੀ ਹੋਏਗਾ ਜਿਹੜਾ ਸੰਸਾਰ ਦੇ ਵਿੱਚ ਵਾਸਨਾਵਾਂ ਦੀਆਂ ਕਲੋਲਾਂ, ਵਿਕਾਰਾਂ ਦੀਆਂ ਕਲੋਲਾਂ, ਪਦਾਰਥਾਂ ਦੇ ਰੰਗ ਤਮਾਸ਼ਿਆਂ ਤੋਂ ਬਚੇ ਹੋਏ ਨੇ। ਨਹੀਂ ਤਾਂ ਸਾਡੀ ਹਾਲਤ ਐਸੀ ਹੈ, ਕੋਤਕ ਕੋੜ ਤਮਾਸ਼ਿਆ ਚਿਤ ਨਾ ਆਵਸ ਨਾਓ। ਮਾਇਆ ਦੇ ਕੋਤਕਾਂ ਵਿੱਚ ਤੇ ਇਹਨਾਂ ਤਮਾਸ਼ਿਆਂ ਵਿੱਚੋਂ ਪਰਮਾਤਮਾ ਦਾ ਨਾਮ ਚੇਤੇ ਨਹੀਂ ਆਉਂਦਾ, ਤੇ ਪਰਮਾਤਮਾ ਦਾ ਨਾਮ ਚੇਤੇ ਨਹੀਂ ਆਉਂਦਾ। ਇਸ ਦਾ ਅਰਥ ਹੈ ਕਿ ਸਾਨੂੰ ਮੌਤ ਚੇਤੇ ਨਹੀਂ ਹੈ, ਜਾਣਾ ਚੇਤਾ ਨਹੀਂ ਹੈ। ਉਦਾਹਰਨ ਦਿੱਤੀ ਹੈ ਇੱਕ ਬਗਲੇ ਦੀ, ਔਰ ਬਗਲੇ ਦਾ ਅਰਥ ਇੱਥੇ ਹੈ ਮਨਮੁਖ ਬਿਰਤੀ ਦੇ ਨਾਲ, ਅਗਿਆਨੀ ਮਨੁੱਖ ਦੇ ਨਾਲ। ਕਿਉਂਕਿ ਪਿਛਲੇ ਸ਼ਲੋਕ 'ਚ ਦੱਸਿਆ ਸੀ, ਇੱਕ ਨਾਂ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਜਿਨ੍ਹਾਂ ਨੂੰ ਸੋਝੀ ਆ ਗਈ ਤੇ ਉਹਨਾਂ ਨੇ ਆਪਣੀ ਤਿਆਰੀ ਕਰ ਲਈ, ਪਰ ਜਿਹੜੇ ਬੇਪਰਵਾਹ ਫਿਰਦੇ ਸਨ, ਜਿਨ੍ਹਾਂ ਨੂੰ ਆਪਣੇ ਜਾਣ ਦਾ ਇੱਥੋਂ ਫਿਕਰ ਹੀ ਨਹੀਂ ਸੀ ਵੀ ਜ਼ਿੰਦਗੀ ਗੁਜ਼ਰ ਜਾਣੀ ਹੈ ਤੇ ਮੌਤ ਦਾ ਸੱਦਾ ਆ ਜਾਣਾ ਹੈ, ਉਹ ਸੰਸਾਰ ਦੇ ਪਦਾਰਥਾਂ ਵਿੱਚ ਗਲਤਾਨ ਰਹੇ। ਪਰ ਕਈਆਂ ਨੂੰ ਸਮਝ ਆ ਗਈ। ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਸਮਝ ਇਹ ਆਈ ਕਿ ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾ। ਇਹ ਪਰਮਾਤਮਾ ਨੂੰ ਭਜ ਲੈ, ਮਨੁੱਖਾ ਜੀਵਨ ਦਾ ਇਹੀ ਲਾ ਹੈ। ਉਹਨਾਂ ਨੂੰ ਸੋਝੀ ਆ ਗਈ, ਕਹਿੰਦੇ ਇਹ ਤੇਰੀ ਓਸਰ, ਇਹ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ। ਇਸ ਕਰਕੇ ਉਹਨਾਂ ਨੇ ਆਪਣੀ ਤਿਆਰੀ ਕਰ ਲਈ। ਪਰ ਜਿਹੜੇ ਬਗਲੇ ਬਿਰਤੀ ਦੇ ਮਾਲਕ ਸਨ ਤੇ ਉਹਨਾਂ ਨੇ ਜਾਣ ਦੀ ਤਿਆਰੀ ਨਹੀਂ ਕੀਤੀ। ਤੇ ਬਾਬਾ ਫਰੀਦ ਜੀ ਕਹਿੰਦੇ, ਜਿਵੇਂ ਕਿ ਬਗਲਾ ਨਦੀ ਦੇ ਕਿਨਾਰੇ ਤੇ ਬੈਠਾ ਹੋਇਆ ਕਲੋਲਾਂ ਕਰਦਾ ਹੈ, ਤੇ ਹੁੰਦਾ ਪਤਾ ਕੀ ਹੈ, ਫਰੀਦਾ ਦਰਿਆ ਵੈ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰਨ ਦੇ ਹੰਝ ਨੂੰ ਅਚਿੰਤੇ ਬਾਜ ਪਏ। ਕੇਲ ਕਰਨ ਦੇ ਹੰਝ ਨੂੰ, ਹੰਝ ਦਾ ਅਰਥ ਵੀ ਇੱਥੇ ਬਗਲਾ ਹੀ ਹੈ। ਆਓ ਕਿ ਵੈਸੇ ਤਾਂ ਮਨੁੱਖ ਭਗਤ ਨਜ਼ਰ ਆਉਂਦਾ ਹੈ, ਗੁਰਮੁਖ ਨਜ਼ਰ ਆਉਂਦਾ ਹੈ, ਸੰਤ ਨਜ਼ਰ ਆਉਂਦਾ ਹੈ, ਬਾਹਰੋਂ ਤੱਕ ਲਿਬਾਸ ਜਿਹੜੇ ਨੇ ਉਹ ਧਾਰਮਿਕ ਪਾਇਆ, ਪਰ ਅੰਦਰ ਬਿਰਤੀ ਬਗਲੇ ਵਾਲੀ ਹੈ। ਕੇਲ ਕਰਨ ਦੇ ਹੰਝ ਨੂੰ, ਆਓ ਕਿ ਜਿਵੇਂ ਇਸ ਹੰਸ ਵਰਗੇ ਚਿੱਟੇ ਬਗਲੇ ਨੂੰ, ਕਿਉਂਕਿ ਬਗਲਾ ਵੀ ਤਾਂ ਹੰਸ ਵਰਗਾ ਹੀ ਚਿੱਟਾ ਹੁੰਦਾ ਨਾ। ਜੇ ਹੰਸ ਦੇ ਖੰਭ ਚਿੱਟੇ ਨੇ ਤੇ ਬਗਲੇ ਦੇ ਵੀ ਚਿੱਟੇ ਨੇ। ਇਸ ਕਰਕੇ ਭਾਈ ਸੱਜਣ ਜੀ ਨੂੰ ਇਹ ਗੱਲ ਆਖੀ ਸੀ ਬਾਬਾ ਨਾਨਕ ਨੇ ਵੀ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਨੇ ਬੱਗੇ ਨਾ ਕਹੀਆਂ। ਵੀ ਤੇਰੇ ਜਿਹੜਾ ਲਿਬਾਸ ਹੈ ਉਹ ਹੈ ਚਿੱਟਾ ਹੰਸ ਵਰਗਾ, ਪਰ ਬਗਲੇ ਦਾ ਲਿਬਾਸ ਵੀ ਜਿਹੜਾ ਉਹ ਚਿੱਟਾ ਹੁੰਦਾ। ਪਰ ਜੇ ਕਈ ਵਾਰੀ ਬਗਲੇ ਆ ਕੇ ਮਾਨ ਸਰੋਵਰ ਤੇ ਬੈਠ ਜਾਣ ਨਾ, ਪਰ ਉਹਨਾਂ ਦੀ ਪਹਿਚਾਣ ਇਸ ਗੱਲੋਂ ਆਉਂਦੀ ਹੈ ਕਿ ਉਹ ਮੋਤੀ ਚੁਗਦੇ ਨੇ ਜਾਂ ਡੱਡੀਆਂ ਫੜਦੇ। ਨਹੀਂ ਤਾਂ ਬਗਲੇ ਦੀ ਤੇ ਹੰਸ ਦੀ ਪਹਿਚਾਣ ਕੋਈ ਨਹੀਂ, ਕਿਉਂਕਿ ਕੱਪੜੇ ਤਾਂ ਇੱਕੋ ਜਿਹੇ ਨੇ ਦੋਵਾਂ ਦੇ, ਉੱਪਰੋਂ ਲਿਬਾਸ ਤਾਂ ਇੱਕੋ ਜਿਹਾ। ਇਸ ਤਰ੍ਹਾਂ ਕਹਿੰਦੇ ਨੇ ਚਿੱਟੇ ਬਗਲੇ ਦੇ, ਪਾਓ ਕਿ ਜੋ ਹੰਸ ਵਰਗੇ ਚਿੱਟਾ ਬਗਲਾ ਹੈ ਬਗਲਾ, ਹੰਸ ਵਰਗਾ ਲੱਗ ਰਿਹਾ ਦੇਖਣ 'ਚ। ਤੇ ਉਹ ਜਿਹੜੀਆਂ ਕਲੋਲਾਂ ਕਰਿਆ ਸੀ, ਕੇਲ ਕਰਨ ਦੇ ਹੰਝ ਨੂੰ, ਪਾਓ ਕਿ ਜਿਵੇਂ ਹੰਸ ਵਰਗੇ ਚਿੱਟੇ ਬਗਲੇ ਨੂੰ ਕਲੋਲਾ ਕਰਦੇ ਨੂੰ ਅਚਿੰਤੇ ਬਾਜ ਪਏ, ਅਚਨਚੇਤ ਬਾਜ ਆ ਪੈਂਦੇ ਹਨ। ਜਿਵੇਂ ਕਿ ਬਗਲਾ ਜਿਹੜਾ ਡੱਡੀਆਂ ਫੜਨ 'ਚ ਲੱਗਿਆ ਹੋਇਆ ਮਸਤ, ਉੱਪਰੋਂ ਬਾਜ ਆਇਆ ਤੇ ਬਾਜ ਨੇ ਬਗਲੇ ਨੂੰ ਕਾਬੂ ਵਿੱਚ ਕਰ ਲਿਆ। ਇਸ ਤਰ੍ਹਾਂ ਹੇ ਮਨੁੱਖ, ਹੇ ਭਾਈ, ਤਿਵੇਂ ਬੰਦੇ ਨੂੰ ਮੌਤ ਦੇ ਦੂਤ ਆ ਫੜਦੇ ਹਨ। ਆਓ ਕਿ ਮੌਤ ਆ ਜਾਂਦੀ ਹੈ ਤੇ ਅਚਨਚੇਤ ਮੌਤ ਆ ਕੇ ਬੰਦੇ ਨੂੰ ਫੜ ਲੈਂਦੀ ਹੈ। ਮੈਂ ਕਈ ਵਾਰੀ ਸੋਚਦਾ ਕਿ ਕਿਤੇ ਮਨੁੱਖ ਨੂੰ ਮੌਕਾ ਮਿਲ ਜਾਏ ਦੱਸਣ ਦਾ ਕਿ ਤੂੰ ਤਿਆਰੀ ਕਰ ਲਈ ਹੈ ਕਿ ਨਹੀਂ, ਤੂੰ ਜੀਵਨ ਸਫਲਾ ਕਰ ਲਿਆ ਕਿ ਨਹੀਂ, ਤਾਂ ਖਿਆਲ ਕਰਨਾ ਬਹੁਤੇ ਬੰਦੇ 99% ਹੋਣਗੇ ਜਿਹੜੇ ਆਖਣਗੇ ਵੀ ਤਿਆਰੀ ਸਾਡੀ ਹੋਈ ਨਹੀਂ, ਮੌਤ ਤੋਂ ਪਹਿਲਾਂ ਆ ਗਈਆਂ, ਵੀ ਅਸੀਂ ਤਿਆਰੀ ਤਾਂ ਕੋਈ ਕੀਤੀ ਨਹੀਂ, ਅਜੇ ਜੀਵਨ ਜਿਹੜਾ ਉਹ ਚੰਗਾ ਬਣਾਇਆ ਨਹੀਂ, ਅਜੇ ਤਾਂ ਲਾਪਰਵਾਹੀ ਕਰਦੇ ਰਹੇ, ਇਹੀ ਕਹਿੰਦੇ ਰਹੇ ਅੱਜ ਨਹੀਂ ਤੇ ਕੱਲ੍ਹ। ਸਾਡੀ ਬਹੁਤਾਂ ਦੀ ਹਾਲਤ ਐਸੀ ਹੈ, ਅਸੀਂ ਕਹਿੰਦੇ ਕਿ ਅੱਜ ਨਹੀਂ ਕੱਲ੍ਹ ਤੋਂ ਨਾਮ ਸ਼ੁਰੂ ਕਰ ਲਵਾਂਗੇ, ਕੱਲ੍ਹ ਤੋਂ ਬਾਣੀ ਪੜ੍ਹਿਆ ਕਰਾਂਗੇ। ਤੇ ਕਈਆਂ ਨੂੰ ਕਹੋ ਨਾ ਅੰਮ੍ਰਿਤ ਛਕ ਲਓ ਤੇ ਉਹ ਕਹਿੰਦੇ ਅਗਲੇ ਸਾਲ।
ਅਗਲੇ ਸਾਲ ਕੋ ਅਗਲੇ ਸਾਲ ਉਹਨਾਂ ਦੇ ਸੰਸਾਰ ਤੋਂ ਚਲੇ ਜਾਂਦੇ ਨੇ, ਪਰ ਅਗਲਾ ਸਾਲ ਨਹੀਂ ਆਉਂਦਾ। ਇੱਕੋ ਹੀ ਚੀਜ਼ ਆਉਂਦੀ, ਅਚਿੰਤੇ ਬਾਝ ਪਏ, ਅਚਨਚੇਤ ਸੰਸਾਰ ਦੀਆਂ ਕਲੋਲਾਂ ਵਿੱਚ ਮਸਤ, ਸੰਸਾਰ ਦੇ ਪਦਾਰਥਾਂ ਵਿੱਚ ਮਸਤ ਹੋਏ ਮਨੁੱਖ ਨੂੰ ਅਚਨਚੇਤ ਆ ਕੇ ਮੌਤ ਕਹਿ ਲੈਂਦੀ ਹੈ। ਤਾਂ ਮੈਂ ਬੱਚਿਆਂ ਦੇ ਵਿਆਹ ਕਰਨੇ ਸਨ, ਤੇ ਬੱਚਿਆਂ ਦੇ ਵਿਆਹ ਹੋ ਗਏ, ਤੇ ਕਈ ਵਾਰੀ ਕਹਿੰਦਾ ਮੈਂ ਪੋਤਾ ਪੋਤਰੀ ਦੇ ਵਿਆਹ ਕਰਨੇ ਸਨ, ਅਜੇ ਮੇਰਾ ਘਰ ਨਹੀਂ ਬਣਿਆ, ਅਜੇ ਮੇਰਾ ਇਹ ਕੰਮ ਰਹਿ ਗਿਆ ਸੀ, ਮੈਂ ਇਹ ਕਰਨਾ ਸੀ। ਇਹਨਾਂ ਕਲੋਲਾਂ 'ਚ ਅਸੀਂ ਫਸੇ ਹੋਏ ਹਾਂ ਸੰਸਾਰ ਦੇ ਵਿੱਚ, ਤੇ ਸਾਡੇ ਅੰਦਰ ਜਿਹੜੀ ਤ੍ਰਿਸ਼ਨਾ ਉਹ ਗਾਹਾਂ ਤੋਂ ਗਾਹਾਂ ਵੱਧਦੀ ਜਾ ਰਹੀ ਹੈ। ਪਹਿਲਾਂ ਜੋ ਮਾਤਾ ਪਿਤਾ ਕਹਿੰਦੇ ਨੇ ਬੱਚੇ ਜਵਾਨ ਹੋ ਜਾਣ ਵਿਆਹ ਕਰ ਲਈਏ, ਵਿਆਹ ਹੋ ਗਏ, ਉਹਨਾਂ ਦੇ ਘਰ 'ਚ ਸੰਤਾਨ ਹੋ ਗਈ, ਫਿਰ ਕਹਿੰਦੇ ਨੇ ਇਹਨਾਂ ਸੰਤਾਨਾਂ ਦੇ ਵਿਆਹ ਹੀ ਦੇਖ ਜਾਈਏ। ਉਹਨਾਂ ਦੇ ਵਿਆਹ ਵੀ ਹੋ ਗਏ, ਫਿਰ ਕਹਿੰਦੇ ਵੀ ਅੱਗੇ ਅਸੀਂ ਜੋ ਹੋਰ ਪੋਤਰੇ ਪੜਪੋਤੇ ਦੇਖ ਜਾਈਏ। ਇਸ ਤਰ੍ਹਾਂ ਦੀ ਵਾਸਨਾ ਮਨੁੱਖ ਦੇ ਅੰਦਰ ਹੈ। ਇਹ ਸੰਸਾਰ ਦੀਆਂ ਕੇਲਾਂ ਵਿੱਚ ਐਡਾ ਮਗਨ ਹੈ ਮਨੁੱਖ ਕਿ ਇਹਨੂੰ ਇਹ ਚੇਤੇ ਹੀ ਨਹੀਂ ਕਿ ਮੈਂ ਜਾਣਾ, ਤੇ ਅਚਨਚੇਤ ਆ ਵੀ ਜਾਣਾ। ਇੱਕ ਦਾਸ ਬੇਨਤੀ ਕਰੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੌਤ ਕਦੀ ਸੱਦਾ ਦੇ ਕੇ ਨਹੀਂ ਆਉਂਦੀ, ਦੱਸ ਕੇ ਨਹੀਂ ਆਉਂਦੀ। ਸੱਦਾ ਜਦੋਂ ਦਿੰਦੀ ਹੈ ਨਾ, ਉਹ ਦੱਸ ਕੇ ਨਹੀਂ। ਸਰਪੈ ਸਰਪੈ ਸਦਾ ਸਦਾ ਐਵੇਂ ਗਈ ਵਿਹਾਏ, ਨਾਨਕ ਕਿਸ ਨੂੰ ਆਖੀਐ ਬਿਨ ਪੁੱਛਿਆ ਹੀ ਲੈ ਜਾਏ। ਪੁੱਛਦੀ ਨਹੀਂ ਕਿਸੇ ਕੋਲੋਂ, ਬਿਨਾਂ ਪੁੱਛੇ ਲੈ ਜਾਂਦੀ ਹੈ ਚੇਤ। ਇਸ ਕਰਕੇ ਸਾਹਿਬ ਜੀ ਕਹਿਣ ਲੱਗੇ, ਬਾਬਾ ਫਰੀਦ ਜੀ ਕਹਿੰਦੇ ਨੇ ਕਿ ਜਿਹੜਾ ਹੰਸ ਵਰਗੇ ਚਿੱਟੇ ਬਗਲੇ ਨੂੰ ਅਚਨਚੇਤ ਆ ਕੇ ਜਿਹੜੇ ਨੇ ਉਹ ਬਾਜ ਪੈ ਗਏ। ਜਿਹੜਾ ਕਿ ਬਗਲਾ ਨਦੀ ਦੇ ਕਿਨਾਰੇ ਤੇ ਕੇਲ ਕਰ ਰਿਹਾ ਸੀ, ਮੱਛੀਆਂ ਨੂੰ ਫੜਦਾ ਸੀ, ਛੱਡ ਦਿੰਦਾ ਸੀ, ਕਲੋਲਾਂ ਕਰਦਾ ਸੀ, ਮੁਖ ਵਿੱਚ ਪਾਉਂਦਾ ਸੀ, ਲੰਘਾਉਂਦਾ ਸੀ, ਕਦੇ ਫਿਰ ਛੱਡ ਦਿੰਦਾ ਸੀ, ਫਿਰ ਫੜ ਲੈਂਦਾ ਸੀ। ਇਸ ਤਰ੍ਹਾਂ ਅਸੀਂ ਪਦਾਰਥਾਂ ਦੇ ਵਿੱਚ ਇਕੱਠੇ ਕਰ ਰਹੇ ਹਾਂ, ਭੋਗ ਰਹੇ ਹਾਂ, ਖਰਚ ਕਰ ਰਹੇ ਹਾਂ। ਇਹਨਾਂ ਵਿੱਚ ਗਲਤਾਨ ਆ ਤੇ ਸਾਨੂੰ ਮੌਤ ਚੇਤੇ ਨਹੀਂ ਹੈ। ਆਖਣਗੇ ਇਤਨੇ ਹੀ ਬੰਦੇ ਨੂੰ ਮੌਤ ਦੇ ਦੂਤ ਆ ਕੇ ਫੜ ਲੈਂਦੇ ਨੇ। ਇਸ ਕਰਕੇ ਕਬੀਰ ਸਾਹਿਬ ਨੇ ਇੱਕ ਵਚਨ ਕਿਹਾ ਕਿ ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂਣ ਮੈਂ ਲਾਗੈ। ਬੰਦਾ ਉਦੋਂ ਜਾਗਦਾ ਜਦੋਂ ਜਮਾਂ ਦਾ ਡੰਡਾ ਮੂਣ ਦੇ ਵਿੱਚ ਆ ਕੇ ਵੱਜ ਜਾਂਦਾ। ਜਦੋਂ ਕਿ ਮੌਤ ਦੇ ਦੂਤ ਆ ਜਾਂਦੇ ਨੇ ਉਸ ਵੇਲੇ ਜਾਗਦਾ, ਪਰ ਉਸ ਵੇਲੇ ਵਕਤ ਨਹੀਂ ਹੁੰਦਾ ਕੁਝ ਕਰਨ ਦਾ। ਨਾ ਸਿਮਰਨ ਕਰਨ ਦਾ ਵਕਤ ਹੈ, ਨਾ ਆਪਣੇ ਅੰਦਰ ਦੀ ਕੋਈ ਗੱਲ ਦੱਸਣ ਦਾ ਵਕਤ ਹੈ, ਨਾ ਹੁਣ ਅਰਦਾਸ ਕਰਨ ਦਾ ਹੀ ਵਕਤ ਰਹਿ ਗਿਆ। ਮਾਫੀ ਮੰਗਣ ਤੱਕ ਦਾ ਸਮਾਂ ਨਹੀਂ ਦਿੰਦੇ ਅਗਲੇ। ਇਹ ਵੀ ਨਹੀਂ ਸੱਚੇ ਪਾਤਸ਼ਾਹ ਚਲੋ ਪੂਰੀ ਜ਼ਿੰਦਗੀ ਗੁਨਾਹ ਕੀਤੇ ਨੇ, ਹੁਣ ਇਤਨਾ ਵਕਤ ਮਿਲ ਜਾਏ ਵੀ ਮੈਂ ਆਪਣੀ ਅਰਦਾਸ ਗੁਰੂ ਚਰਨਾਂ 'ਚ ਕੰਪਲੀਟ ਕਰ ਸਕਾਂ। ਉਹ ਕਹਿੰਦੇ ਨਹੀਂ, ਹੁਣ ਤੇਰੇ ਕੋਲ ਵਕਤ ਕੋਈ ਨਹੀਂ। ਫਿਰ ਕਹਿ ਰਹੇ ਨੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਜਦੋਂ ਉਸਨੂੰ ਆਵਾਜ਼ ਆ ਕੇ ਪੈਂਦੇ ਹਨ ਤਾਂ ਸਾਰੇ ਕਲੋਲ ਉਸਨੂੰ ਭੁੱਲ ਜਾਂਦੇ ਹਨ। ਦੇਖੋ ਜਦੋਂ ਮੌਤ ਆ ਗਈ ਨਾ ਤੇ ਸਾਰੇ ਕਲੋਲ ਭੁੱਲ ਗਏ। ਬੱਚੇ, ਧੀਆਂ, ਪੁੱਤਰ, ਕਾਰੋਬਾਰ, ਬਿਜ਼ਨਸ, ਬੰਦੇ ਨੂੰ ਸਭ ਕੁਝ ਭੁੱਲ ਜਾਂਦਾ। ਔਰ ਇਸ ਸੰਦਰਭ ਦੇ ਵਿੱਚ ਦਾਸ ਨੇ ਜੋ ਅਨੁਭਵ ਕੀਤਾ ਉਹ ਇਹ ਹੈ ਕਿ ਜਦੋਂ ਸਾਨੂੰ ਕੋਈ ਰੋਗ ਲੱਗ ਜਾਏ, ਕੋਈ ਬਿਮਾਰੀ ਲੱਗ ਜਾਏ, ਸਾਨੂੰ ਲੱਗੇ ਵੀ ਹੁਣ ਜਾਣ ਦਾ ਵਕਤ ਹੈ, ਉਸ ਵੇਲੇ ਸਾਰੀਆਂ ਚੀਜ਼ਾਂ ਬੰਦੇ ਦੇ ਦਿਲ ਦਿਮਾਗ 'ਚੋਂ ਪਾਸੇ ਹੋ ਜਾਣੀਆਂ। ਨਾ ਉਸਨੂੰ ਧੀ ਪੁੱਤਰ ਚੇਤੇ ਆਉਂਦੇ, ਨਾ ਘਰ ਚੇਤੇ ਆਉਂਦਾ, ਨਾ ਕਾਰੋਬਾਰ ਚੇਤੇ ਆਉਂਦਾ, ਨਾ ਵਪਾਰ ਚੇਤੇ ਆਉਂਦਾ, ਨਾ ਧਨ ਦੌਲਤ ਚੇਤੇ ਆਉਂਦੀ, ਕੁਛ ਚੇਤੇ ਨਹੀਂ ਆਉਂਦਾ। ਇੱਕ ਮੌਤ ਹਰ ਵੇਲੇ ਦਿਮਾਗ 'ਚ ਘੁੰਮਦੀ ਰਹਿੰਦੀ ਹੈ। ਔਰ ਮੈਂ ਐਸੀ ਹਾਲਤ ਵਿੱਚ ਬਹੁਤੇ ਲੋਕਾਂ ਨੂੰ ਧਾਰਮਿਕ ਹੁੰਦੇ ਹੋਏ ਦੇਖਿਆ। ਜਿਸ ਤਰ੍ਹਾਂ ਕਰ ਲਵਾਂ ਕਿ ਐਸੇ ਲੋਕ ਮੈਂ ਦੇਖੇ ਨੇ ਫਿਰ ਪਰਉਪਕਾਰ ਵਾਲੇ ਪਾਸੇ ਜਾਂਦੇ ਆ, ਦਾਨ ਪੁੰਨ ਕਰਦੇ ਨੇ, ਸੇਵਾ ਕਰਦੇ ਨੇ, ਸਾਰਿਆਂ ਨਾਲ ਮਿੱਠਾ ਬੋਲਦੇ ਨੇ, ਔਰ ਪੂਰੀ ਜ਼ਿੰਦਗੀ ਨਹੀਂ ਬੋਲਿਆ ਹੁੰਦਾ। ਗੱਲ ਨੂੰ ਬੜੇ ਧਿਆਨ ਨਾਲ ਸਮਝਣ ਦਾ ਯਤਨ ਕਰਨਾ। ਮੌਤ ਦੀ ਘਬਰਾਹਟ ਮਨੁੱਖ ਦੇ ਤੇਵਰ ਚੇਂਜ ਕਰ ਦਿੰਦੀ ਹੈ। ਜਿਹੜਾ ਬੰਦਾ ਕਹਿੰਦਾ ਸੀ ਨਾ ਮੈਂ ਇਹ ਕਰ ਦੇਵਾਂਗਾ, ਮੈਂ ਉਹ ਕਰ ਦੇਵਾਂਗਾ, ਜਦੋਂ ਮੌਤ ਲੱਗਦੀ ਹੈ ਵੀ ਹਾਂ ਹੁਣ ਆਉਣ ਹੀ ਵਾਲੀ ਹੈ, ਹੁਣ ਚਲੇ ਜਾਣਾ ਸੰਸਾਰ ਤੋਂ, ਉਹਦੀ ਬੋਲ ਚਾਲ, ਉਹਦੀ ਭਾਸ਼ਾ, ਉਹਦਾ ਸਾਰਾ ਜੀਵਨ ਚੇਂਜ ਹੋ ਜਾਂਦਾ। ਜਿਹੜੀਆਂ ਕਲੋਲਾਂ 'ਚ ਲੱਗਿਆ ਹੋਇਆ ਸੀ ਨਾ ਜੀਵ, ਇਹ ਕਲੋਲਾਂ ਸਾਰੀਆਂ ਭੁੱਲ ਜਾਂਦੀਆਂ ਨੇ। ਹੁਣ ਕਾਰੋਬਾਰ ਵੀ ਖਤਮ, ਸਾਰੀਆਂ ਕਲੋਲਾਂ ਖਤਮ, ਸਭ ਭੁੱਲ ਗਈਆਂ। ਜਿਹੜੀਆਂ ਉਹ ਬਗਲਾ ਮੱਛੀਆਂ ਫੜ ਰਿਹਾ ਸੀ, ਛੱਡ ਰਿਹਾ ਸੀ, ਜਦੋਂ ਅਚਨਚੇਤ ਆ ਕੇ ਨਾ ਬਾਜ ਨੇ ਝਪੱਟਾ ਮਾਰਿਆ
ਤਾਂ ਉਹ ਮੱਛੀਆਂ ਫੜਨ ਦਾ ਤਾਂ ਦਿਮਾਗ 'ਚੋਂ ਨਿਕਲ ਗਿਆ ਵੀ ਮੱਛੀਆਂ ਫੜਨੀਆਂ ਨੇ, ਖਾਣੀਆਂ ਨੇ, ਕੀ ਕਰਨਾ। ਉਹਦੇ ਨਾਲ ਜੋ ਕਲੋਲਾਂ ਕਰ ਰਿਹਾ ਸੀ, ਜਿਵੇਂ ਉਹ ਬਗਲੇ ਦੀ ਹਾਲਤ ਹੈ, ਇਸ ਤਰ੍ਹਾਂ ਹੀ ਹਾਲਤ ਬਾਬਾ ਫਰੀਦ ਕਹਿੰਦੇ ਮਨੁੱਖ ਦੀ ਹੈ। ਕਿਉਂਕਿ ਮਨੁੱਖ ਨੂੰ ਆਪਣੇ ਜਾਨ ਦੀ ਪੈ ਜਾਂਦੀ ਹੈ। ਇਹੀ ਹਾਲ ਮੌਤ ਆਇਆ ਬੰਦੇ ਦਾ ਹੁੰਦਾ ਹੈ, ਜੈਸਾ ਕਿ ਬਗਲੇ ਦੀ ਹਾਲਤ ਦੱਸ ਰਹੇ ਨੇ ਇੱਥੇ ਬਾਬਾ ਫਰੀਦ ਜੀ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਉਹਨੂੰ ਸੰਸਾਰ ਦੇ ਵਿੱਚ ਇਹ ਕੇਲਾਂ ਜਿਹੜੀਆਂ ਕਰ ਰਿਹਾ ਸੀ ਉਹ ਵਿਸਰ ਜਾਂਦੀਆਂ ਸਨ, ਵਿਸਰ ਜਾਂਦੀਆਂ ਹਨ। ਤੇ ਜੋ ਮਨ ਚਿਤ ਨਾ ਚੇਤੇ ਸਨ, ਜੋ ਗੱਲਾਂ ਉਹਦੇ ਮਨ ਵਿੱਚ ਨਹੀਂ ਸਨ, ਚੇਤੇ ਵਿੱਚ ਨਹੀਂ ਸਨ, ਕਹਿੰਦੇ ਸੋ ਗਾਲੀ ਰਬ ਕੀਆਂ, ਉਹ ਗੱਲਾਂ ਜਿਹੜੀਆਂ ਨੇ ਰੱਬ ਨੇ ਕਰ ਦਿੱਤੀਆਂ ਨੇ। ਜੋ ਮਨ ਚਿਤ ਨਾ ਚੇਤੇ ਸਨ, ਜੋ ਗੱਲਾਂ ਮਨੁੱਖ ਦੇ ਕਦੇ ਮਨ ਵਿੱਚ ਚਿਤ ਚੇਤੇ ਵਿੱਚ ਨਹੀਂ ਸਨ, ਸੋ ਦਾ ਅਰਥ ਹੈ ਉਹ ਗਾਲੀ ਰਬ ਕੀਆਂ, ਉਹ ਗੱਲਾਂ ਰੱਬ ਨੇ ਕਰ ਦਿੱਤੀਆਂ ਹਨ। ਇਸ ਨੂੰ ਹੁਣ ਦੋ ਪੱਖ ਲਏ ਹੋ ਇਸ ਪੰਕਤੀ ਦਾ। ਇੱਕ ਪੱਖ ਤਾਂ ਇਹ ਹੈ ਜ਼ਿੰਦਗੀ ਜਿਉਂਦਿਆਂ ਜਿਉਂਦੇ, ਔਰ ਇੱਕ ਪੱਖ ਹੈ ਮੌਤ ਦਾ, ਕਿ ਜਦੋਂ ਮੌਤ ਆਉਂਦੀ ਹੈ ਤੇ ਉਹ ਪਰਮਾਤਮਾ ਕਰ ਦਿੰਦਾ ਜੋ ਬੰਦੇ ਦੇ ਚੇਤੇ ਵਿੱਚ ਨਹੀਂ। ਔਰ ਇੱਕ ਚੀਜ਼ ਚੇਤੇ ਵਿੱਚ ਨਹੀਂ, ਮੌਤ ਚੇਤੇ ਵਿੱਚ ਨਹੀਂ ਸੀ। ਇਹਨੂੰ ਇਹ ਸੀ ਅਜੇ ਥੋੜ੍ਹੀ ਮਰ ਜਾਣਾ, ਅਜੇ ਤਾਂ ਬੜੀ ਜ਼ਿੰਦਗੀ ਪਈ ਹੈ। ਇਸ ਨੂੰ ਕੋਈ ਕਹਿੰਦਾ ਸੀ ਨਾਮ ਜਪ ਲੈ, ਕਹਿੰਦਾ ਸੀ ਲੈ ਜਪ ਲਾਂਗੇ ਬੁਢੇਪੇ ਵਿੱਚ ਜਾ ਕੇ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਪਰਮਾਤਮਾ ਦੇ ਨਾਮ ਨੂੰ ਚੇਤੇ ਨਹੀਂ ਕਰਦਾ ਕਿ ਬਾਰ-ਬਾਰ ਸੋਚੀ ਜਾਣਾ, ਅੱਜ ਨਹੀਂ ਕੱਲ, ਅੱਜ ਨਹੀਂ ਕੱਲ, ਅੱਜ ਨਹੀਂ ਕੱਲ। ਇੱਕ ਤਾਂ ਮੌਤ ਆਉਣ ਤੋਂ ਇਹ ਖਿਆਲ ਕਰਨਾ ਕਿ ਇਸ ਚੀਜ਼ ਇਹਦੇ ਚੇਤੇ ਵਿੱਚ ਨਹੀਂ ਸੀ ਕਿ ਮੈਂ ਮਰ ਜਾਣਾ, ਮੈਂ ਚਲੇ ਜਾਣਾ, ਮੇਰੀ ਇਸ ਤਰ੍ਹਾਂ ਮੌਤ ਹੋ ਸਕਦੀ, ਇਹ ਕੁਝ ਚੇਤੇ ਵਿੱਚ ਨਹੀਂ ਸੀ। ਔਰ ਇਹ ਵੀ ਹੈਰਾਨੀ ਹੈ ਕਿ ਕੋਈ ਬੰਦੇ ਨੂੰ ਪਤਾ ਨਹੀਂ ਹੁੰਦਾ ਕਿ ਸਵੇਰੇ ਗਿਆ ਕਿਤੇ ਕੰਮ 'ਤੇ, ਗੱਡੀ ਲੈ ਕੇ ਸ਼ਾਮ ਤੱਕ ਗੱਡੀ ਸਮੇਤ ਘਰ ਆਵੇਗਾ ਕਿ ਨਹੀਂ ਆਵੇਗਾ, ਜਾਂ ਗੱਡੀ ਕੋਈ ਹੋਰ ਲੈ ਕੇ ਆਵੇਗਾ ਤਾਂ ਉਸਨੂੰ ਕੋਈ ਹੋਰ ਲੈ ਕੇ ਆਵੇਗਾ, ਇਹ ਕੋਈ ਪਤਾ ਨਹੀਂ। ਉਹਦੇ ਚੇਤੇ ਵਿੱਚ ਇਹ ਗੱਲਾਂ ਹੈ ਹੀ ਨਹੀਂ ਸਨ ਕਿ ਮੇਰੇ ਨਾਲ ਇੱਦਾਂ ਵੀ ਵਾਪਰ ਸਕਦਾ ਹੈ, ਮੇਰੇ ਨਾਲ ਇਹ ਵੀ ਕੁਝ ਹੋ ਸਕਦਾ। ਇਹ ਗੱਲਾਂ ਰੱਬ ਦੀਆਂ ਨੇ। ਇੱਕ ਹੈ ਜਿਉਂਦੇ ਜੀ, ਵੀ ਪਰਮਾਤਮਾ ਜਿਹੜਾ ਹੈ, ਅਸੀਂ ਜਿਸ ਜੀਵਨ ਵਿੱਚ ਜਿਨ੍ਹਾਂ ਕਲੋਲਾਂ ਦੇ ਵਿੱਚ ਬਗਲੇ ਬਿੜਤੀ ਬਣ ਕੇ ਸੰਸਾਰ ਦੇ ਪਦਾਰਥਾਂ ਵਿੱਚ ਗਲਤਾਨ ਆ, ਤੇ ਇਹ ਪਦਾਰਥ ਵੀ ਭਾਈ ਇਹ ਰੱਬ ਦੀਆਂ ਐਸੀਆਂ ਖੇਡਾਂ ਨੇ, ਅੱਜ ਸਾਡੇ ਕੋਲ ਨੇ ਤੇ ਕੱਲ ਜ਼ਰੂਰੀ ਨਹੀਂ ਕਿ ਸਾਡੇ ਕੋਲ ਰਹਿਣ। ਇਸ ਨੂੰ ਹੁਣ ਸਮਝੋ ਗੱਲ ਨੂੰ। ਇਸ ਨੂੰ ਮਹਾਰਾਜ ਆਖਦੇ ਨੇ ਹਰ ਕੀ ਗਤ ਨਾ ਕੋਊ ਜਾਣੈ, ਜੋਗੀ ਜਿਤੀ ਤਪੀ ਪਚਹਾਰੇ, ਅਰਬੋ ਲੋਕ ਸਿਆਣੇ। ਹਰੀ ਪਰਮਾਤਮਾ ਦੀ ਗਤ ਨੂੰ ਕੋਈ ਨਹੀਂ ਜਾਣਦਾ। ਪਰਮੇਸ਼ਰ ਕੀ ਕਰ ਦੇਵੇ, ਕਿਸ ਵੇਲੇ ਕੀ ਹੋ ਜਾਏ। ਇਹ ਗੱਲ ਪੱਕੀ ਹੈ ਕਿ ਅਸੀਂ ਜਿਉਂਦੇ ਜੀ ਜਦੋਂ ਅਸੀਂ ਮਸਤ ਹੋ ਜਾਂਦੇ ਪਦਾਰਥਾਂ ਵਿੱਚ, ਇਸ ਮਾਇਆ ਦੇ ਵਿੱਚ, ਤੇ ਕਈ ਵਾਰੀ ਐਸੇ ਕੰਮ ਕਰਦੇ ਹਾਂ ਕਿ ਅਸੀਂ ਬੰਦੇ ਨੂੰ ਤੁੱਛ ਸਮਝਦੇ, ਕੱਖ ਨਹੀਂ ਸਮਝਦੇ ਦੂਜੇ ਨੂੰ। ਤਾਂ ਹੀ ਕਬੀਰ ਸਾਹਿਬ ਨੇ ਇੱਕ ਗੱਲ ਆਖੀ ਸੀ, ਕਬੀਰ ਗਰਬ ਨਾ ਕੀਜੀਏ ਰੰਕ ਨਾ ਹੱਸੀਏ ਕੋਏ। ਕਬੀਰ ਸਾਹਿਬ ਕਹਿੰਦੇ ਇਸ ਮਾਇਆ ਦਾ ਹੰਕਾਰ ਨਾ ਕਰੀ, ਇਹਨਾਂ ਪਦਾਰਥਾਂ ਦਾ ਹੰਕਾਰ ਨਾ ਕਰੀ, ਇਸ ਪਰਿਵਾਰ ਦਾ ਹੰਕਾਰ ਨਾ ਕਰੀ। ਕਿਉਂਕਿ ਬੰਦਾ ਹੰਕਾਰ ਕਰਦਾ, ਇਸ ਦੇ ਵਿੱਚ ਐਡਾ ਮਸਤ ਹੈ ਬੰਦਾ ਕਿ ਇਸ ਦਾ ਹੰਕਾਰ ਕਰਦਾ, ਤੈਨੂੰ ਭੁਲੇਖਾ ਵੀ ਮੇਰੇ ਕੋਲ ਧਨ ਹੈ ਤੇ ਗੁਆਂਢੀ ਗਰੀਬ ਹੈ, ਤੈਨੂੰ ਤੁੱਛ ਸਮਝਦਾ ਹੈ। ਕਬੀਰ ਗਰਵ ਨਾ ਕੀਜੀਏ ਰੰਕ ਨਾ ਹੱਸੀਏ ਕੋਏ, ਅਜੋ ਸੋ ਨਾਉ ਸਮੁੰਦ ਮੈਂ ਕਿਆ ਜਾਣੋ ਕਿਆ ਹੋਏ। ਅਜੇ ਸਾਡੀ ਬੇੜੀ ਸੰਸਾਰ ਸਮੁੰਦਰ ਵਿੱਚ ਹੈ ਪਿਆਰ ਵਾਲਿਓ, ਸੱਚ ਜਾਣਨਾ ਕਿਸ ਵੇਲੇ ਸਾਡੀ ਬੇੜੀ ਡੁੱਬ ਜਾਏ, ਕੀ ਹੋ ਜਾਏ, ਕਿਹਾ ਨਹੀਂ ਜਾ ਸਕਦਾ। ਕਦੋਂ ਧਨ ਦਾ ਘਾਟਾ ਪੈ ਜਾਏ, ਕਦੋਂ ਸਰੀਰ ਜਿਹੜਾ ਉਹ ਲਿੱਸਾ ਪੈ ਜਾਏ, ਕਦੋਂ ਪਰਿਵਾਰ ਦੇ ਵਿੱਚੋਂ ਕੋਈ ਜੀ ਚਲਾ ਜਾਏ, ਜਿਸ ਕਰਕੇ ਅਸੀਂ ਕਹਿੰਦੇ ਜਿਉਂਦੇ ਹਾਂ ਤੈਨੂੰ ਦੇਖ ਦੇਖ ਕੇ। ਸਾਡੀ ਜਿਹੜੀ ਬੇੜੀ ਹੈ ਉਹ ਸੰਸਾਰ ਸਮੁੰਦਰ ਵਿੱਚ ਹੈ, ਇਸ ਕਰਕੇ ਸਰੀਰ ਦਾ, ਇਹਨਾਂ ਪਦਾਰਥਾਂ ਦਾ, ਧਨ ਦਾ ਮਾਣ ਨਾ ਕਰ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਆਖਦੇ ਨੇ ਹਰ ਕੀ ਗਤ ਨਾ ਕੋਊ ਜਾਣੈ, ਜੋਗੀ ਜਤੀ ਤਪੀ ਪਚਹਾਰੇ, ਅਰਬੋ ਲੋਕ ਸਿਆਣੇ। ਖਿਨ ਮੈਂ ਰਾਉ ਰੰਗ ਕੋ ਕਰੇ, ਰਾਉ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਕਨਾਵੇ ਯਹ ਤਾਕੋ ਵਿਵਹਾਰੇ। ਦੇਖੋ ਪਰਮਾਤਮਾ ਦੀ ਖੇਡ ਪਿਆਰਿਓ, ਜੋ ਸਾਡੇ ਚਿੱਤ ਵਿੱਚ ਨਹੀਂ ਉਹ ਰੱਬ ਕਰ ਸਕਦਾ। ਜਿਉਂਦੇ ਜੀ ਦੇਖੋ ਇਸ ਨੂੰ,
ਇੱਕ ਤਾਂ ਹੈ ਕਿ ਜਦੋਂ ਮੌਤ ਆਉਣੀ ਹੈ, ਜੋ ਸਾਡੇ ਚਿੱਤ ਵਿੱਚ ਹੀ ਨਹੀਂ ਸੀ ਮੌਤ, ਤੇ ਸਦਾ ਆ ਗਏ ਤੇ ਜਾਣਾ ਪੈ ਗਿਆ। ਅਸੀਂ ਸੋਚਿਆ ਹੀ ਨਹੀਂ ਸੀ ਇਤਨੀ ਛੇਤੀ ਚਲੇ ਜਾਣਾ। ਕਈ ਵਾਰੀ ਬਚਪਨ ਵਿੱਚ ਵੀ ਆ ਜਾਂਦੀ ਹੈ, ਕਈ ਵਾਰੀ ਜਵਾਨੀ ਵਿੱਚ ਆ ਜਾਂਦੀ ਹੈ, ਤੇ ਪੱਕੀ ਫਸਲ ਹੈ ਫਿਰ ਤੇ ਉਹਨੇ ਵੱਢਣੀ ਹੈ। ਔਰ ਕਈ ਵਾਰੀ ਤੇ ਅਸੀਂ ਸੋਚ ਲੈਂਦੇ ਵੀ ਸਾਡੇ ਘਰ 'ਚ ਵੱਡੇ ਬੈਠੇ ਨੇ, ਅਸੀਂ ਥੋੜ੍ਹੀ ਜਾਣਾ, ਉਹਨਾਂ ਦੀ ਵਾਰੀ ਹੈ ਪਹਿਲਾਂ। ਨਹੀਂ ਪਿਆਰਿਓ, ਪਤਾ ਨਹੀਂ ਕਿਹਦੀ ਵਾਰੀ ਪਹਿਲਾਂ ਲੱਗ ਜਾਏ, ਇਹ ਆਖੀ ਨਹੀਂ ਜਾ ਸਕਦੀ। ਇਹ ਮਨ 'ਚ ਕਦੀ ਨਹੀਂ ਸੋਚਣਾ ਚਾਹੀਦਾ ਕਿ ਜਿਹੜੀ ਵਾਰੀ ਹੈ ਉਹ ਕਿਸੇ ਹੋਰ ਦੀ ਪਹਿਲਾਂ ਆ ਜਾਵੇਗੀ, ਸਾਡੀ ਤਾਂ ਬਾਅਦ ਦੇ ਵਿੱਚ ਨੰਬਰ ਹੈ, ਅਸੀਂ ਬਾਅਦ 'ਚ ਆਏ ਹਾਂ। ਇੱਥੇ ਇਸ ਤਰ੍ਹਾਂ ਦਾ ਨਹੀਂ ਹੈ। ਇਸ ਕਰਕੇ ਸਾਧੂ ਕਹਿੰਦੇ ਜੋ ਗੱਲਾਂ ਮਨੁੱਖ ਦੇ ਚੇਤੇ ਵਿੱਚ ਨਹੀਂ ਹਨ, ਉਹ ਕੰਮ ਪਰਮਾਤਮਾ ਕਰਦਾ, ਉਹ ਗੱਲਾਂ ਰੱਬ ਜੀ ਕਰਦੇ ਹਨ। ਜਿਵੇਂ ਜਿਉਂਦੇ ਜੀ ਬਾਰੇ ਸਤਿਗੁਰ ਦੱਸ ਰਹੇ ਹਨ, ਕਹਿੰਦੇ ਉਹ ਪਰਮਾਤਮਾ ਛਿਨਮੈ ਰਾਉ ਰੰਕ ਕੋ ਕਰੇ। ਇੱਕ ਖਿੰਨ ਦੇ ਅੰਦਰ ਰਾਉ ਦਾ ਅਰਥ ਹੈ ਰਾਜੇ ਨੂੰ, ਰੰਕ ਦਾ ਅਰਥ ਹੈ ਕੰਗਾਲ ਕਰ ਦਿੰਦਾ ਹੈ। ਰਾਉ ਰੰਕ ਕਰ ਡਾਰੇ, ਆਓ ਕਿ ਇੱਕ ਗਰੀਬ ਨੂੰ ਅਮੀਰ ਕਰ ਦਿੰਦਾ ਤੇ ਅਮੀਰ ਨੂੰ ਗਰੀਬ ਕਰ ਦਿੰਦਾ, ਰਾਜਾ ਬਣਾ ਦਿੰਦਾ। ਇਹ ਪਰਮਾਤਮਾ ਦੀਆਂ ਖੇਡਾਂ ਨੇ, ਇਹ ਵਾਹਿਗੁਰੂ ਜੀ ਦੀਆਂ ਕਲੋਲਾਂ ਹਨ। ਰੀਤੇ ਭਰੇ, ਰੀਤੇ ਦਾ ਅਰਥ ਖਾਲੀ, ਖਾਲੀ ਨੂੰ ਭਰ ਦਿੰਦਾ ਹੈ। ਰੀਤੇ ਭਰੇ ਭਰੇ ਸਕਨਾਵ ਹੈ, ਜਿਹੜੇ ਭਰੇ ਹੋਏ ਨੇ ਨਕਾਨਕ ਉਹਨਾਂ ਨੂੰ ਖਾਲੀ ਕਰ ਦਿੰਦਾ ਹੈ। ਯਹ ਤਾ ਕੋ ਵਿਵਹਾਰ ਹੈ, ਇਹ ਪਰਮਾਤਮਾ ਦਾ ਵਿਵਹਾਰ ਹੈ। ਇਹ ਗੱਲਾਂ ਰਬਕੀਆਂ ਨੇ, ਇਹ ਪਰਮਾਤਮਾ ਦੀਆਂ ਖੇਡਾਂ ਨੇ। ਇੱਕ ਹੋਰ ਬਚਨ ਕਬੀਰ ਸਾਹਿਬ ਨੇ ਬੜਾ ਪਿਆਰਾ ਕਿਹਾ, ਕਹਿਣ ਲੱਗੇ ਰਾਜਾ ਸ਼ਰਮ ਗਤ ਨਹੀਂ ਜਾਣਨੀ ਤੇਰੀ, ਤੇਰੇ ਸੰਤਨ ਕੀ ਹੋਂ ਚੇਰੀ। ਹੈ ਪਰਮਾਤਮਾ, ਤੇਰੀ ਗਤ ਨੂੰ ਨਹੀਂ ਕੋਈ ਜਾਣ ਸਕਦਾ, ਤੇਰੀ ਅਵਸਥਾ ਨੂੰ ਕੋਈ ਨਹੀਂ ਜਾਣ ਸਕਦਾ। ਮੈਂ ਤਾਂ ਤੇਰੇ ਸੰਤਾਂ ਦੀ, ਤੇਰੇ ਭਗਤਾਂ ਦੀ, ਤੇਰੇ ਪਿਆਰਿਆਂ ਦੀ ਚੇਲੀ ਹਾਂ। ਹਸਤੋ ਜਾਏ ਸੋ ਰੋਵਤ ਆਵੈ। ਬੰਦਾ ਘਰੋਂ ਹੱਸਦਾ ਹੋਇਆ ਗਿਆ ਤੇ ਪਰ ਸ਼ਾਮ ਨੂੰ ਮੁੜ ਰਿਹਾ ਰੋਂਦਾ ਹੋਇਆ ਆ ਰਿਹਾ। ਕੋਈ ਘਟਨਾ ਵਾਪਰ ਗਈ, ਰੋ ਰਿਹਾ, ਦੁਖੀ ਆ ਰਿਹਾ। ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹਸੈ। ਇੱਕ ਬੰਦਾ ਸਵੇਰੇ ਗਿਆ ਘਰ ਤੋਂ ਰੋਂਦਾ ਹੋਇਆ, ਸ਼ਾਮ ਨੂੰ ਹੱਸਦਾ ਹੋਇਆ ਆ ਰਿਹਾ। ਕੋਈ ਐਸੀ ਚੀਜ਼ ਪ੍ਰਾਪਤ ਹੋ ਗਈ। ਇਹ ਪਰਮਾਤਮਾ ਦੀ ਗਤ ਹੈ, ਪਰਮਾਤਮਾ ਦੀ ਅਵਸਥਾ ਹੈ। ਸੋ ਗੱਲ ਹੀ ਰੱਬ ਕੀਆਂ, ਉਹ ਗੱਲਾਂ ਰੱਬ ਦੀਆਂ ਨੇ। ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹਸੈ। ਵਸਤੋ ਹੋਏ ਹੋਏ ਸੋ ਉਜਰ। ਜਿਹੜਾ ਥਾਂ ਵਸ ਰਿਹਾ ਨਾ, ਉਹ ਇੱਕ ਖਿੰਨ ਦੇ ਅੰਦਰ ਉਜਾੜ ਸਕਦਾ। ਵੱਡੇ ਵੱਡੇ ਨਗਰ ਉਜੜ ਜਾਂਦੇ ਨੇ। ਵਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਵਸੈ। ਜਿਹੜਾ ਉਜੜਿਆ ਹੋਇਆ ਥਾਂ ਉਹਨੂੰ ਵਸਾ ਦਿੰਦਾ। ਤੇ ਕਬੀਰ ਸਾਹਿਬ ਕਹਿੰਦੇ ਨੇ, ਉਹ ਦੁਨੀਆ ਦੇ ਲੋਕੋ ਸੋ ਗੱਲ ਹੀ ਰੱਬ ਕੀਆਂ, ਪਰਮਾਤਮਾ ਦੀਆਂ ਗੱਲਾਂ ਵੇਖੋ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ। ਜਲ ਦੀ ਥਾਂ ਤੇ ਉਹ ਥਲ ਕਰ ਸਕਦਾ ਹੈ। ਥਲ ਤੇ ਕੂਆ, ਜਿੱਥੇ ਥਲ ਉੱਥੇ ਖੂਹ ਬਣਾ ਸਕਦਾ ਹੈ। ਕੂਪ, ਕੂਪ ਦਾ ਅਰਥ ਹੈ ਖੂਹ ਤੋਂ, ਮੇਰ ਦਾ ਅਰਥ ਸੁਮੇਰ ਪਰਬਤ ਬਣਾ ਸਕਦਾ ਖੂਹ ਦੇ ਅੰਦਰ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ। ਧਰਤੀ ਤੇ ਆਕਾਸ਼ ਚੜਾਵੈ। ਧਰਤੀ ਤੇ ਕਿਸ ਨੂੰ ਆਕਾਸ਼ ਦੇ ਉੱਤੇ ਚਾੜ ਸਕਦਾ, ਚੜੇ ਆਕਾਸ਼ ਗਿਰਾਵੈ। ਤੇ ਜਿਹੜੇ ਆਕਾਸ਼ ਤੇ ਚੜਿਆ ਹੋਇਆ ਉਹਨੂੰ ਥੱਲੇ ਡੇਗ ਸਕਦਾ। ਔਰ ਅਸੀਂ ਦੁਨੀਆ ਵਿੱਚ ਦੇਖ ਸਕਦੇ ਹਾਂ ਪ੍ਰਤੱਖ। ਇਹ ਪਰਮਾਤਮਾ ਦੀਆਂ ਖੇਡਾਂ ਨੇ ਪਿਆਰਿਓ, ਇਹ ਰੱਬ ਦੀਆਂ ਗੱਲਾਂ ਨੇ। ਫਿਰ ਕਹਿੰਦੇ ਨੇ, ਕਹਿੰਦੇ ਪਰਮਾਤਮਾ ਦੀ ਖੇਡ ਵੇਖ, ਕਬੀਰ ਸਾਹਿਬ ਕਹਿੰਦੇ ਨੇ ਕਿ ਜੋ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਤੇ ਕਹਿਣ ਲੱਗੇ ਉਹ ਪਰਮਾਤਮਾ ਜਿਹੜਾ ਨਾ, ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਤਾਰੀ। ਉਹ ਖਲ ਮੂਰਖਾਂ ਨੂੰ ਪੰਡਿਤ ਬਣਾ ਦਿੰਦਾ ਹੈ, ਵਿਦਵਾਨ ਬਣਾ ਦਿੰਦਾ ਹੈ, ਤੇ ਵਿਦਵਾਨਾਂ ਨੂੰ ਉਹ ਮੂਰਖ ਬਣਾ ਦਿੰਦਾ ਹੈ, ਮੂੜ ਬਣਾ ਦਿੰਦਾ ਹੈ। ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ। ਇਸਤਰੀ ਤੋਂ ਉਹ ਪੁਰਖ ਬਣਾ ਸਕਦਾ ਹੈ, ਪੁਰਖ ਤੋਂ ਇਸਤਰੀ ਬਣਾ ਸਕਦਾ ਹੈ। ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ। ਕਹੋ ਕਬੀਰ, ਕਬੀਰ ਸਾਹਿਬ ਆਖਦੇ ਨੇ, ਤੂੰ ਆਖ ਕਿ ਜਿਹੜਾ ਪ੍ਰੀਤਮ ਪਰਮਾਤਮਾ ਉਹ ਇਹੋ ਜਿਹਾ ਹੈ। ਉਸਦੇ ਜਿਹੜੀ ਖੇਡਾਂ ਇੱਦਾਂ ਦੀਆਂ ਨੇ, 100 ਗੱਲਾਂ ਰੱਬ ਕੀਆਂ, ਉਹ ਪਰਮਾਤਮਾ ਦੀਆਂ ਗੱਲਾਂ ਨੇ।
ਜਿਵੇਂ ਭਗਤ ਰਵਿਦਾਸ ਜੀ ਨੇ ਵੀ ਇੱਕ ਜ਼ਿਕਰ ਕੀਤਾ ਆਪਣੇ ਸ਼ਬਦ ਵਿੱਚ, ਉਹ ਆਖਦੇ ਨੇ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਛਤਰ ਹੈ, ਜਾ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੁਹੀਂ ਟਰੈ, ਨੀਚਾਂ ਊਚ ਕਰੈ, ਮੇਰੇ ਗੋਬਿੰਦ ਕਾਹੂ ਤੇ ਨਾ ਡਰੈ। ਉਹ ਨੀਚਾਂ ਨੂੰ ਉੱਚਾ ਕਰ ਦਿੰਦਾ, ਕਿਸੇ ਕੋਲੋਂ ਡਰਦਾ ਨਹੀਂ ਹੈ। ਸੋ ਗੱਲਾਂ ਰੱਬ ਕੀਆਂ ਜੇ ਆਪਾਂ ਧਿਆਨ ਨਾਲ ਤਕਾਂਗੇ ਨਾ, ਤੇ ਜਿਹੜੇ ਲੋਕ ਇੱਥੇ ਮਾਇਆ ਵਿੱਚ ਆ ਕੇ ਗਲਤਾਨ ਹੋ ਗਏ, ਬਗਲਾ ਬਿਰਤੀ ਦੇ ਸਨ, ਦੁਨੀਆ ਦੇ ਅੱਜ ਧਨ ਪਦਾਰਥ ਰਾਜਪਾਟ ਸੀ, ਉਹ ਇੱਕ ਖਿੰਦ ਦੇ ਅੰਦਰ ਉਹਨਾਂ ਨੂੰ ਕੰਗਾਲ ਕਰ ਸਕਦੇ ਨੇ। ਪਰਮਾਤਮਾ ਦੀ ਇਹ ਖੇਡ ਹੈ। ਇੱਕ ਹੋਰ ਸ਼ਬਦ ਤੁਹਾਡੇ ਨਾਲ ਸਾਂਝਾ ਕਰਾਂ। ਮਹਾਰਾਜ ਕਹਿੰਦੇ ਨੇ, ਕਬਹੂ ਖਾਂਡ ਘਿਓ ਨਾ ਭਾਵੈ, ਕਬਹੂ ਕਰ ਕਰ ਟੂਕ ਬਣਾਵੈ, ਕਬਹੂ ਤੂਰਨ ਚਨੇ ਬਣਾਵੈ, ਜੋ ਰਾਮ ਰਾਖੈ ਤੋ ਰਹੀਐ ਰੇ ਭਾਈ। ਵੀ ਜਿਸ ਤਰ੍ਹਾਂ ਤੈਨੂੰ ਪਰਮਾਤਮਾ ਰੱਖਣਾ ਚਾਹੁੰਦਾ ਨਾ, ਉਸ ਤਰ੍ਹਾਂ ਰਹਿ। ਹਰ ਕੀ ਮਹਿਮਾ ਕਥਨ ਨਾ ਜਾਏ। ਪਰਮਾਤਮਾ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ, ਉਸ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਕਹਿੰਦੇ ਉਸ ਦੀਆਂ ਗੱਲਾਂ ਕੀ ਨੇ? ਕਹਿੰਦੇ ਦੇਖ ਪਰਮਾਤਮਾ ਦੀ ਖੇਡ। ਕਹਿੰਦੇ ਨੇ ਕਬਹੂ, ਕਦੀ ਉਹ ਕਹਿੰਦੇ ਨੇ ਘੋੜੇ ਤੇ ਚਾੜ ਦਿੰਦਾ, ਕਦੀ ਐਸਾ ਵੀ ਵਕਤ ਆਉਂਦਾ ਕਿ ਪੈਰਾਂ ਵਿੱਚ ਪਾਉਣ ਵਾਸਤੇ ਜੁੱਤੀ ਵੀ ਨਹੀਂ ਮਿਲਦੀ। ਕਬਹੂ ਤੁਰੇ ਤੁਰੰਗ ਚੜਾਵੈ, ਕਬਹੂ ਪਾਏ ਪਾਣੀਓ ਨਾ ਪਾਵੈ। ਪੈਰ ਦੇ ਵਿੱਚ ਪਾਣੀ ਦਾ ਅਰਥ ਜੁੱਤੀ ਪਾਉਣ ਨੂੰ ਨਹੀਂ ਮਿਲਦੀ। ਕਬਹੂ ਖਾਟ ਸਫੇਦੀ ਸਵਾਵੈ, ਕਬਹੂ ਭੂਮ ਪਿਆਰ ਨਾ ਪਾਵੈ। ਕਈ ਵਾਰੀ ਐਸਾ ਵਕਤ ਆਉਂਦਾ ਹੈ ਕਿ ਬੰਦੇ ਦੇ ਕੋਲ ਕੁਛ ਵੀ ਨਹੀਂ ਹੁੰਦਾ, ਪਰ ਐਸਾ ਵਕਤ ਪਰਮਾਤਮਾ ਵਕਤ ਦਿੰਦਾ ਕਿ ਰੋਜ਼ ਨਵੀਆਂ ਚਾਦਰਾਂ ਵਿਛਦੀਆਂ, ਰੋਜ਼ ਸੇਜਾ ਤਿਆਰ ਹੁੰਦੀ ਹੈ। ਤੇ ਜਿਹਦੇ ਕੋਲ ਰੋਜ਼ ਸੇਜਾ ਤਿਆਰ ਹੁੰਦੀ ਸੀ, ਕਦੀ ਐਸਾ ਵੀ ਵਕਤ ਆ ਜਾਂਦਾ ਹੈ ਕਿ ਉਸ ਨੂੰ ਪਰਾਲੀ ਵੀ ਪੈਣ ਵਾਸਤੇ ਨਸੀਬ ਨਹੀਂ ਹੁੰਦੀ। ਜਿਹੜੀ ਪਰਾਲੀ ਹੁੰਦੀ ਨਾ ਕਣਕ ਦੀ, ਉਹ ਵੀ ਨਸੀਬ ਨਹੀਂ ਹੁੰਦੀ। ਇਹ ਪਰਮਾਤਮਾ ਦੀ ਗੱਲਾਂ ਨੇ, ਇਹ ਵਾਹਿਗੁਰੂ ਦੀਆਂ ਖੇਡਾਂ ਨੇ, ਵਾਹਿਗੁਰੂ ਦੇ ਕੋਤਕ ਨੇ। ਬੰਦਾ ਇੱਥੇ ਆ ਕੇ ਹੰਕਾਰ ਕਰਦਾ, ਮੇਰੇ ਕੋਲ ਇਤਨਾ ਧਨ ਪ੍ਰੋਪਰਟੀ ਮਾਲ ਅਸਬਾਬ। ਮਹਾਰਾਜ ਕਹਿੰਦੇ ਨੇ ਇਹ ਪਰਮਾਤਮਾ ਦੀਆਂ ਗੱਲਾਂ, ਜੋ ਤੇਰੇ ਚਿੱਤ ਵਿੱਚ ਨਹੀਂ ਰੱਬ ਉਹ ਵੀ ਕਰ ਸਕਦਾ ਹੈ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਬੜਾ ਪਿਆਰਾ ਵਚਨ ਕੀਤਾ ਕਿ ਦੇਖ ਪਰਮਾਤਮਾ ਦੀਆਂ ਗੱਲਾਂ। ਉਹ ਵਾਹਿਗੁਰੂ ਜਿਹੜਾ ਹੈ, ਪਰਮਾਤਮਾ ਜਿਹੜਾ ਹੈ, ਉਹ ਕਈ ਵਾਰੀ ਜੇ ਕੋਈ ਮੰਗਣ ਵਾਸਤੇ ਰਾਜਾ ਜਾਵੇ ਨਾ, ਤੇ ਉਹ ਭਿੱਖ ਵੀ ਨਹੀਂ ਪੈਂਦੀ। ਨਦਰ ਉਪੱਠੀ ਜੇ ਕਰੇ ਸੁਲਤਾਨਾ ਕਹਾ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ। ਜੇ ਵਾਹਿਗੁਰੂ ਦੀ ਨਦਰ ਸਿੱਧੀ ਨਹੀਂ ਨਾ, ਇਹ ਗੱਲਾਂ ਰੱਬ ਦੀਆਂ ਨੇ, ਇਹ ਬੰਦਾ ਨਹੀਂ ਕਰ ਸਕਦਾ। ਬੰਦਾ ਤਾਂ ਮਾਲ ਧਨ ਇਕੱਠਾ ਕਰਕੇ ਕਹਿੰਦਾ ਮੇਰੇ ਵਰਗਾ ਹੈ ਨਹੀਂ, ਮੈਂ ਰੱਬ ਬਣ ਚੁੱਕਿਆ। ਉਹ ਰੱਬ ਨੂੰ ਕੁਛ ਨਹੀਂ ਸਮਝਦਾ, ਪਰ ਰੱਬ ਜਦੋਂ ਆਪਣਾ ਡੰਡਾ ਮਾਰਦਾ ਨਾ, ਸੋ ਗੱਲ ਹੀ ਰੱਬ ਕੇ ਜਦੋਂ ਜਿਹੜੇ ਮਨ ਵਿੱਚ ਚਿੱਤ ਵਿੱਚ ਚੇਤੇ ਨਹੀਂ ਸਨ ਬੰਦੇ ਦੇ, ਜਦੋਂ ਵਾਹਿਗੁਰੂ ਉਹ ਖੇਡ ਵਪਰਾ ਦਿੰਦਾ ਹੈ। ਕਦੀ ਬੰਦਾ ਨਖਰੇ ਕਰਦਾ ਸੀ, ਰੋਜ਼ ਨਵੀਆਂ ਚਾਦਰਾਂ, ਨਵੇਂ ਸਮਾਨ, ਨਵੇਂ ਬੈੱਡ, ਨਵੇਂ ਗੱਦੇ, ਇਤਨਾ ਧਨ ਪਦਾਰਥ। ਪਰ ਇੱਕ ਦਿਨ ਐਸਾ ਹੁੰਦਾ ਹੈ ਕਿ ਥੱਲੇ ਪੈਣ ਵਾਸਤੇ ਪਰਾਲੀ ਨਹੀਂ ਮਿਲਦੀ, ਥੱਲੇ ਪੈਣਾ ਪੈਂਦਾ ਹੈ। ਕਈ ਵਾਰੀ ਕੰਗਾਲਾਂ ਨੂੰ ਉਹ ਰਾਜੇ ਬਣਾ ਦਿੰਦਾ, ਕਈ ਵਾਰੀ ਰਾਜਾ ਨੂੰ ਕੰਗਾਲ ਬਣਾ ਦਿੰਦਾ ਹੈ। ਕਈ ਜਿਹੜੇ ਰਾਜਿਆਂ ਦੇ ਘਰ ਜੰਮੇ ਪਲੇ ਨੇ, ਉਹ ਕੰਗਾਲਾਂ ਦੇ ਵਾਂਗ ਮਰਦੇ ਹੈ, ਔਰ ਕਈ ਕੰਗਾਲਾਂ ਵਾਂਗ ਜਿਹੜੇ ਜੰਮੇ ਪਲੇ ਨੇ, ਉਹ ਰਾਜਿਆਂ ਦੀ ਤਰ੍ਹਾਂ ਸੰਸਾਰ ਤੋਂ ਮਰਦੇ ਹੈ। ਇਹ ਪਰਮਾਤਮਾ ਦੀ ਖੇਡ। ਇਸ ਕਰਕੇ ਭਗਤ ਜੀ ਇੱਥੇ ਕਹਿਣਾ ਚਾਹੁੰਦੇ ਨੇ ਕਿ ਭਾਈ ਸੰਸਾਰ ਦੇ ਵਿੱਚ ਇੱਕ ਤਾਂ ਹੰਕਾਰ ਨਾ ਕਰੋ ਦਾਤਾਂ ਦਾ, ਬਗਲਾ ਬਿਰਤੀ ਛੱਡ ਦਿਓ ਆਪਣੀ, ਕਿਉਂਕਿ ਇਸ ਬਗਲੇ ਨੂੰ ਅਚਿੰਤੇ ਹੀ ਬਾਜ ਪੈਣੇ ਨੇ। ਕਿਉਂਕਿ ਜਿਹੜਾ ਹੰਸ ਬਿਰਤੀ ਦਾ ਗੁਰਸਿੱਖ ਹੈ, ਉਹਨੂੰ ਚੇਤੇ ਹੈ ਕਿ ਬਾਜ ਪੈਣੇ ਨੇ। ਇਸ ਕਰਕੇ ਉਹ ਪਰਮਾਤਮਾ ਦੇ ਹੁਕਮ ਰਜਾਈ ਚੱਲਦਾ ਹੈ, ਪਰਮਾਤਮਾ ਦੀ ਰਜਾ ਵਿੱਚ ਰਹਿੰਦਾ। ਧਨ ਪਦਾਰਥ ਪ੍ਰਾਪਤ ਕਰਕੇ ਵੀ ਉਸ ਦਾ ਮਾਣ ਹੰਕਾਰ ਨਹੀਂ ਕਰਦਾ। ਉਹ ਕਹਿੰਦਾ ਦਾਤਾ ਇਹ ਮੈਂ ਨਹੀਂ ਪ੍ਰਾਪਤ ਕੀਤਾ, ਜਿਹੜਾ ਸੰਤ ਜਨ ਹੋਏਗਾ, ਗੁਰਮੁਖ ਹੋਏਗਾ, ਗੁਰਸਿੱਖ ਹੋਏਗਾ, ਉਹ ਰੋਜ਼ ਇਹ ਵਚਨ ਪੜ੍ਹ ਕੇ ਸਤਿਗੁਰੂ ਨੂੰ ਕਹਿੰਦਾ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕਿਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਈ। ਮੇਰੇ ਕੋਲ ਜੋ ਕੁਛ ਹੈ ਦਾਤਾ ਤੇਰਾ ਦਿੱਤਾ ਹੋਇਆ, ਕਦੀ ਵੀ ਉਹ ਮਾਣ ਨਹੀਂ ਕਰੇਗਾ।
ਔਰ ਨਾ ਹੀ ਇਹਨਾਂ ਪਦਾਰਥਾਂ ਦੇ ਵਿੱਚ ਉਹ ਗਲਤਾਨ ਹੋਏਗਾ। ਬਗਲਾ ਬਿਰਤੀ ਦਾ ਮਾਲਕ ਨਹੀਂ ਨਾ ਰਹਿ ਗਿਆ ਹੁਣ। ਆਓ ਕਿ ਬਾਬਾ ਫਰੀਦ ਜੀ ਕਹਿੰਦੇ ਜਿਹੜੇ ਬਗਲਾ ਬਿਰਤੀ ਦੇ ਲੋਕ ਨੇ, ਜਿਹੜੇ ਮਨਮੁਖ ਨੇ, ਉਹ ਪਦਾਰਥਾਂ ਦੀਆਂ ਇਹਨਾਂ ਕਲੋਲਾਂ ਵਿੱਚ, ਇਹਨਾਂ ਸਵਾਦਾਂ ਚਸਕਿਆਂ 'ਚ ਪਏ ਹੋਏ ਨੇ ਤੇ ਮੌਤ ਨੂੰ ਭੁਲਾ ਕੇ ਬੈਠੇ ਹੋਏ ਨੇ। ਪਰ ਇੱਕ ਦਿਨ ਅਚਨਚੇਤ ਮੌਤ ਆ ਜਾਂਦੀ ਹੈ ਔਰ ਸੰਸਾਰ ਤੋਂ ਉਹਨਾਂ ਨੂੰ ਜਾਣਾ ਪੈਂਦਾ ਹੈ, ਕਿਉਂਕਿ ਉਹਨਾਂ ਨੂੰ ਇਹ ਗੱਲ ਚੇਤੇ ਵਿੱਚ ਭਾਵੇਂ ਨਹੀਂ ਸੀ ਰਹੀ, ਪਰ ਰੱਬ ਨੂੰ ਤੇ ਚੇਤਾ ਹੈ। ਕਦੋਂ ਕਿਸ ਦੀ ਵਾਰੀ ਹੈ ਰੱਬ ਨੂੰ ਤੇ ਪਤਾ ਹੈ। ਇਸ ਕਰਕੇ ਭਗਤ ਰਵਿਦਾਸ ਜੀ ਜਿੱਥੇ ਬਾਣੀ 'ਚ ਸਾਨੂੰ ਸਮਝਾ ਰਹੇ ਨੇ ਕਿ ਐਸੀ ਲਾਲ ਤੁਝ ਬਿਨ ਕਰੇ, ਉਸ ਤੋਂ ਬਿਨਾਂ ਹੋਰ ਕੋਈ ਐਸੀ ਖੇਡ ਨਹੀਂ ਵਪਰਾ ਸਕਦਾ। ਭਗਤ ਕਬੀਰ ਸਾਹਿਬ, ਗੁਰੂ ਨਾਨਕ ਪਿਤਾ, ਹੋਰ ਭਗਤਾਂ ਨੇ ਸਾਨੂੰ ਇਹ ਜੀਵਨ ਦਾ ਫਲਸਫਾ ਬਖਸ਼ਿਆ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਤਨ ਪਦਾਰਥਾਂ ਵਿੱਚ ਐਡੇ ਗਲਤਾਨ ਨਾ ਹੋਈਏ ਕਿ ਸਾਨੂੰ ਪਰਮਾਤਮਾ ਦੀ ਖੇਡ ਹੀ ਯਾਦ ਨਾ ਰਵੇ ਕਿ ਇਹ ਅੱਜ ਪਦਾਰਥ ਮੇਰੇ ਕੋਲ ਨੇ, ਕੱਲ ਕਿਸੇ ਹੋਰ ਦੇ ਕੋਲ ਹੋਣਗੇ। ਕਿਉਂਕਿ ਜਦੋਂ ਮੈਂ ਸਮਝਦਾ ਕਿ ਇਹ ਪਦਾਰਥ ਕੇਵਲ ਮੇਰੇ ਕੋਲ ਨੇ, ਤਾਂ ਉਸ ਵੇਲੇ ਫਿਰ ਰੱਬ ਐਸਾ ਡੰਡਾ ਮਾਰਦਾ ਹੈ, ਭਾਵੇਂ ਉਸਦੇ ਡੰਡੇ 'ਚ ਆਵਾਜ਼ ਨਹੀਂ ਹੁੰਦੀ, ਪਰ ਜਿਹਨੂੰ ਪੈਂਦਾ ਉਸਦੇ ਕੋਲੋਂ ਉੱਠਿਆ ਨਹੀਂ ਜਾਂਦਾ। ਪਰ ਲੋਕ ਇਸ ਗੱਲ ਨੂੰ ਸਮਝਦੇ ਨਹੀਂ। ਇਸ ਤਰ੍ਹਾਂ ਹੀ ਉਸਦੇ ਮੌਤ ਦਾ ਡੰਡਾ ਹੈ। ਜਿਸ ਦਿਨ ਪਰਮਾਤਮਾ ਦੇ ਘਰੋਂ ਸੱਦਾ ਆ ਗਿਆ, ਉਸ ਦਿਨ ਭਗਤ ਜੀ ਕਹਿ ਰਹੇ ਨੇ ਇੱਥੇ ਫਰੀਦ ਜੀ ਕਿ ਜੋ ਮਨ ਚਿਤ ਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਜੋ ਗੱਲਾਂ ਮਨੁੱਖ ਦੇ ਮਨ ਵਿੱਚ ਕਦੇ ਚਿਤ ਚੇਤੇ ਵਿੱਚ ਨਹੀਂ ਸਨ, ਰੱਬ ਨੇ ਉਹ ਕਰ ਦਿੱਤੀਆਂ। ਇਸ ਕਰਕੇ ਮੌਤ ਦਾ ਸਾਨੂੰ ਕਿਸੇ ਨੂੰ ਕੋਈ ਪਤਾ ਨਹੀਂ ਹੈ ਕਦੋਂ ਆਉਣੀ ਹੈ, ਕਿਤਨਾ ਵਕਤ ਹੈ, ਕਿਸ ਰੂਪ 'ਚ ਜਾਣਾ, ਕਿਵੇਂ ਜਾਣਾ, ਕੁਛ ਨਹੀਂ ਪਤਾ। ਨਿਰਾਸ਼ ਨਾ ਹੋਇਓ, ਪਰ ਇਹ ਸੱਚਾਈ ਹੈ ਕਿ ਇਸ ਚੀਜ਼ ਦਾ ਕਿਸੇ ਨੂੰ ਨਹੀਂ ਪਤਾ ਵੀ ਕਿਸ ਵੇਲੇ ਸੱਦਾ ਸਾਡਾ ਕਿਸ ਤਰ੍ਹਾਂ ਲਿਖਿਆ ਹੋਇਆ ਹੈ। ਕੱਲ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਕਿਆ ਜਾਣਨਾ ਕਿ ਮਰਾਂਗੇ, ਕੈਸਾ ਮਰਨਾ ਹੋਏ। ਪਤਾ ਨਹੀਂ ਕਿਸੇ ਨੂੰ ਵੀ ਮੌਤ ਕਿੱਦਾਂ ਹੋਣੀ ਹੈ, ਕਿਵੇਂ ਹੋਣੀ ਹੈ, ਕਦੋਂ ਹੋਣੀ ਹੈ, ਕਿਸ ਉਮਰ 'ਚ ਹੋਣੀ ਹੈ। ਤੁਰਦੇ ਫਿਰਦੇ ਚਲੇ ਜਾਣਾ, ਐਕਸੀਡੈਂਟ ਤੋਂ ਜਾਣਾ ਜਾਂ ਮੰਜੇ ਤੇ ਪੈ ਕੇ ਜਾਣਾ, ਨਹੀਂ ਪਤਾ ਕਿਸੇ ਨੂੰ। ਮੌਤ ਕਿੱਦਾਂ ਦੀ ਹੋਣੀ ਹੈ ਇਹ ਗੱਲ ਪੱਕੀ ਹੈ। ਗੁਰਬਾਣੀ ਕਹਿੰਦੀ ਕਿ ਮੌਤ ਹੈ, ਜਨਮੰਗ ਤਾਂ ਮਰਨੰਗ। ਜੇ ਤੇਰਾ ਜਨਮ ਹੈ ਤੇ ਮੌਤ ਪੱਕੀ ਹੈ। ਪਰ ਤੂੰ ਇਤਨਾ ਸੁਚੇਤ ਰਹਿ, ਇਤਨੀ ਤਿਆਰੀ ਕਰ ਆਪਣੀ ਕਿ ਤੈਨੂੰ ਮੌਤ ਦੀ ਪਰਵਾਹ ਨਾ ਹੋਵੇ, ਤੇਰੇ ਅੰਦਰ ਮੌਤ ਦਾ ਡਰ ਨਾ ਹੋਵੇ। ਖਿਆਲ ਕਰਨਾ, ਜਿਹੜੇ ਲੋਕ ਆਪਣੀ ਤਿਆਰੀ ਰੱਖਦੇ ਨੇ ਉਹਨਾਂ ਨੂੰ ਕੋਈ ਡਰ ਨਹੀਂ। ਮੰਨ ਲਓ ਕਿ ਇੱਕ ਮਨੁੱਖ ਨੇ ਅੱਜ ਹੀ, ਉਹ ਫੌਜ ਦੇ ਵਿੱਚ ਹੈ, ਉਸਦਾ ਸਾਰੀ ਚੀਜ਼ਾਂ ਪੈਕ ਕਰਨ ਦੀ ਤਿਆਰੀ ਹੈ, ਤੇ ਹੁਣੇ ਸੱਦਾ ਆ ਜਾਏ ਵੀ ਜਾਣਾ ਤੂੰ ਬਾਰਡਰ 'ਤੇ, ਉਸ ਵੇਲੇ ਤਿਆਰ ਹੋ ਕੇ ਚਲਾ ਜਾਏਗਾ। ਪਰ ਜਿਸਨੇ ਸਮਾਨ ਖੰਡਾਇਆ ਉਹਨੂੰ ਪਰੇਸ਼ਾਨੀ ਹੈ। ਸਾਬਣ ਕਿੱਥੇ ਪਿਆ, ਤੇਲ ਕਿੱਥੇ ਪਿਆ, ਵਰਦੀ ਕਿੱਥੇ, ਕੱਪੜੇ ਕਿੱਥੇ, ਕੁਝ ਯਾਦ ਹੀ ਨਹੀਂ, ਉਸਦੇ ਚੇਤੇ ਵਿੱਚ ਹੀ ਨਹੀਂ ਹੈ। ਉਹਨੂੰ ਸਮਝ ਹੀ ਨਹੀਂ ਆ ਰਿਹਾ ਮੈਂ ਕਰਾਂ ਕੀ ਹੁਣ। ਪਰ ਜਿਹੜੇ ਬੰਦੇ ਨੇ ਤਿਆਰੀ ਕੀਤੀ, 1 ਮਿੰਟ ਲਾਉਂਦਾ, ਸਮਾਨ ਚੱਕਦਾ ਤੇ ਤੁਰ ਪੈਂਦਾ। ਪਰ ਜਿਸ ਦੀ ਤਿਆਰੀ ਨਹੀਂ ਹੈ, ਜਿਹੜਾ ਸੰਸਾਰ ਵਿੱਚ ਇਸ ਪੱਖੋਂ ਤਿਆਰ ਨਹੀਂ ਹੈ, ਮੌਤ ਦਾ ਪਰਵਾਨਾ ਮੰਨਣ ਵਾਸਤੇ ਤਿਆਰ ਨਹੀਂ ਹੈ, ਬਾਬਾ ਜੀ ਕਹਿੰਦੇ ਵੀ ਭਾਈ ਉਹ ਤਾਂ ਸੰਸਾਰ ਦੇ ਕਲੋਲਾਂ ਵਿੱਚ ਲੱਗਿਆ ਹੋਇਆ, ਪਰ ਮੌਤ ਦੇ ਜਿਹੜੇ ਬਾਜ਼ ਨੇ ਉਹ ਆ ਕੇ ਪੈ ਜਾਂਦੇ ਆ, ਔਰ ਉਹ ਚਿੱਤ ਚੇਤੇ ਵਿੱਚ ਨਹੀਂ, ਉਹ ਪਰਮਾਤਮਾ ਗੱਲਾਂ ਕਰਦਾ। ਇਸ ਕਰਕੇ ਇਹ ਰੱਬ ਦੀ ਖੇਡ ਹੈ ਕਿ ਜੋ ਸਾਡੇ ਮਨ 'ਚ ਨਹੀਂ ਹੈ ਉਹ ਹੁਣੇ ਵੀ ਮੌਤ ਦੇ ਸਕਦਾ। ਇਸ ਕਰਕੇ 2 ਚੀਜ਼ਾਂ ਯਾਦ ਰੱਖਿਓ। ਇੱਕ ਤਾਂ ਗੱਲ ਇਹ ਹੈ ਕਿ ਮੌਤ ਜ਼ਰੂਰ ਆਉਣੀ ਹੈ। ਭਾਵੇਂ ਮੌਤ ਬੰਦੇ ਨੂੰ ਭੁੱਲੀ ਸੀ। ਮੈਂ ਪਹਿਲਾਂ ਬੇਨਤੀ ਕੀਤੀ ਸੀ ਸ਼ੁਰੂਆਤ ਦੇ ਵਿੱਚ ਕਿ ਖਾਣਾ ਪੀਣਾ, ਹੱਸਣਾ ਸੋਣਾ, ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ, ਤਕ ਜੀਵਨ ਨਹੀਂ ਰਹਿਣਾ ਪ੍ਰਾਣੀ। ਏਕੋ ਨਾਮ ਤਿਹਾਵੋ, ਆਪਣੀ ਪਤ ਸੇਤੀ ਕਰ ਜਾਵੋ। ਇਹ ਨਾਮ ਤਿਹਾਲ ਹੈ, ਪਤ ਨਾਲ ਸੰਸਾਰ ਤੋਂ ਜਾਏਗਾ, ਇੱਜ਼ਤ ਨਾਲ ਸੰਸਾਰ ਤੋਂ ਜਾਏਗਾ। ਬੰਦੇ ਨੂੰ ਮੌਤ ਵੀ ਭੁੱਲੀ ਹੈ, ਬੰਦੇ ਨੂੰ ਪਰਮਾਤਮਾ ਵੀ ਭੁੱਲਿਆ। ਕਿਉਂਕਿ ਮੌਤ ਚੇਤੇ ਰਹੇਗੀ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਉਹ ਬਗਲਾ ਬਿਰਤੀ ਨਹੀਂ ਹੋਣਗੇ ਇੱਥੇ। ਜਿਵੇਂ ਬਗਲਾ ਖਚਿਤ ਹੋ ਗਿਆ ਨਾ ਕਲੋਲਾਂ ਦੇ ਵਿੱਚ, ਇਸ ਤਰ੍ਹਾਂ ਬੰਦਾ ਕਲੋਲਾਂ 'ਚ ਸੰਸਾਰ ਦੀ ਖਚਿਤ ਹੈ। ਤੇ ਜਿਨ੍ਹਾਂ ਨੂੰ ਇਹ ਪਤਾ ਚਲੇ ਜਾਣਾ, ਤੇ ਉਹ ਸੰਸਾਰ ਦਾ ਗੁਰੂ ਅੰਗਦ ਦੇਵ ਜੀ ਕਹਿੰਦੇ ਵਿਸਾਰ ਨਹੀਂ ਕਰਦੇ ਫਿਰ ਜ਼ਿਆਦਾ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ।
ਇੱਥੇ ਵਿਸਥਾਰ ਦਾ ਅਰਥ ਇਹ ਹੈ ਕਿ ਉਹ ਵਾਸਨਾਵਾਂ ਦੇ ਚੱਕਰ 'ਚ ਨਹੀਂ ਪੈਂਦੇ, ਵਾਸਨਾਵਾਂ ਨੂੰ ਸੰਕੋਚਦੇ ਜੀਵਨ ਵਿੱਚੋਂ, ਬੁਰਾਈਆਂ ਨੂੰ ਉਹ ਘਟਾਉਂਦੇ ਨੇ ਆਪਣੇ ਜੀਵਨ ਵਿੱਚੋਂ। ਜਿਨ੍ਹਾਂ ਨੂੰ ਇਹ ਪਤਾ ਲੱਗਿਆ ਵੀ ਚਲੇ ਜਾਣਾ ਸੰਸਾਰ ਤੋਂ, ਤੇ ਦੂਜੇ ਪਾਸੇ ਮਹਾਰਾਜ ਕਹਿੰਦੇ ਨੇ ਕਿ ਇੱਕ ਉਹ ਨੇ ਚੱਲਣ ਸਾਰ ਨਾ ਜਾਣਨੀ, ਨਾਨਕ ਕਾਜ ਸਵਾਰਨ ਹਾਰ। ਹੇ ਨਾਨਕ, ਉਹਨਾਂ ਨੂੰ ਚੱਲਣ ਦੀ ਸੋਝੀ ਨਹੀਂ, ਉਹ ਸੰਸਾਰ ਦੇ ਕਾਰਜ ਸਵਾਰਨ 'ਚ ਲੱਗੇ ਹੋਏ ਨੇ। ਇਹ ਕੰਮ ਕਰ ਲਵਾਂ, ਇਹ ਕੰਮ ਕਰ ਲਵਾਂ, ਔਰ ਜਿਹੜਾ ਕੰਮ ਕਰਨ ਆਇਆ ਉਹ ਰਹੀ ਜਾਂਦਾ ਹੈ। ਸੰਸਾਰ ਦੇ ਕਾਰਜ ਸਵਾਰਦੇ ਮੌਤ ਆ ਜਾਂਦੀ ਹੈ। ਇੱਕ ਬੰਦਾ ਮੈਨੂੰ ਕਹਿੰਦਾ, ਗਿਆਨ ਜੀ ਬਹੁਤ ਸੁੰਦਰ ਮਕਾਨ ਬਣਾਉਣਾ। ਮੈਂ ਕਿਹਾ ਚੰਗੀ ਗੱਲ ਹੈ। ਕਹਿੰਦੇ ਮੈਂ 55 ਲੱਖ ਰੁਪਏ ਮਕਾਨ ਤੋਂ ਖਰਚਣਾ। ਮੈਂ ਕਿਹਾ ਬਹੁਤ ਵਧੀਆ ਗੱਲ ਹੈ। ਕਹਿੰਦੇ ਫਿਰ ਆਨੰਦ ਲਵਾਂਗੇ, ਏਸੀਆਂ ਲੱਗੇ ਹੋਣਗੇ, ਸਾਰੀਆਂ ਚੀਜ਼ਾਂ ਹੋਣਗੀਆਂ। ਮੇਰੇ ਮਨ 'ਚ ਮੈਂ ਉਹਦਾ ਨੀਂਹ ਪੱਥਰ ਉਸਦਾ ਰੱਖ ਕੇ ਆਇਆ। ਇਹ ਕਈ ਸਾਲਾਂ ਪੁਰਾਣੀ ਗੱਲ ਹੈ। ਪਤਾ ਨਹੀਂ ਜਦੋਂ ਮੈਂ ਵਾਪਸ ਮੁੜ ਰਿਹਾ ਸੀ, ਪਤਾ ਨਹੀਂ ਮੇਰੇ ਮਨ ਨੇ ਆਖਿਆ ਵੀ ਬੰਦਾ ਕਿਤੇ ਚਾਅ ਨਾਲ ਕਹਿ ਰਿਹਾ 55 ਲੱਖ ਖਰਚ ਕਰਦੇ, ਸੁੰਦਰ ਕੋਠੀ ਪਾਉਣੀ ਹੈ, ਜਨਰੇਟਰ ਲਾਉਣਾ, ਸਾਰੀਆਂ ਚੀਜ਼ਾਂ ਹੋਣਗੀਆਂ, 24 ਘੰਟੇ ਏਸੀ ਚੱਲਿਆ ਕਰੇਗਾ, ਜਨਰੇਟਰ ਚੱਲਿਆ ਕਰੇਗਾ, ਪੈਸੇ ਦੀ ਆਪਣੇ ਕੋਲ ਕੋਈ ਘਾਟ ਨਹੀਂ ਹੈ। ਪਤਾ ਨਹੀਂ ਨੀਂਹ ਪੱਥਰ ਰੱਖ ਕੇ ਵਾਪਸ ਆਇਆ, ਮਨ ਵਿੱਚ ਇੱਕ ਗੱਲ ਖੁੱਟ ਗਈ, ਪਤਾ ਨਹੀਂ ਇਤਨਾ ਚਾਅ ਚੜਿਆ, ਪਤਾ ਨਹੀਂ ਮਕਾਨ ਪੂਰਾ ਹੋਣ ਤੱਕ ਇਹ ਪੂਰਾ ਰਹੇਗਾ ਕਿ ਨਹੀਂ ਰਹੇਗਾ। ਹੋਇਆ ਸੱਚੀ ਇੱਦਾਂ ਹੀ ਕਿ ਮਕਾਨ ਬਣ ਗਿਆ। ਅਗਲੇ ਦਿਨ ਉਸਦਾ ਚੱਠ ਸੀ, ਉਦਘਾਟਨ ਸੀ, ਗ੍ਰਹਿ ਪ੍ਰਵੇਸ਼ ਸੀ। ਮੈਨੂੰ ਕਹਿ ਗਿਆ, ਗਿਆਨ ਜੀ ਜੋ ਤੁਸੀਂ ਜ਼ਰੂਰ ਆਉਣਾ, ਪਾਠ ਕਰਨਾ ਸੁਖਮਨੀ ਸਾਹਿਬ ਦਾ। ਮੈਂ ਕਿਹਾ ਠੀਕ ਹੈ ਜੀ। ਹੁਣ ਕੱਲ੍ਹ ਨੂੰ ਪਾਠ ਕਰਨਾ ਸੀ, ਚਾਅ ਸੀ ਵੀ ਨਵੇਂ ਮਕਾਨ 'ਚ ਰਵਾਂਗੇ, ਏਸੀ ਚੱਲੇ ਕਰਨਗੇ, ਬੜੇ ਆਨੰਦ ਲਵਾਂਗੇ। ਪਰ ਇਹ ਥੋੜ੍ਹੀ ਪਤਾ ਸੀ ਕਿ ਰਾਤ ਨੂੰ ਹੀ ਸੱਦਾ ਆ ਜਾਣਾ। ਉਸ ਦਿਨ ਰਾਤ ਨੂੰ ਜਿੰਨਾ ਕਿ ਮਕਾਨ ਦਾ ਉਦਘਾਟਨ ਸੀ ਤੇ ਰਾਤ ਨੂੰ ਸੱਦਾ ਆ ਗਿਆ। ਜਿਹੜੇ ਰਿਸ਼ਤੇਦਾਰਾਂ ਨੇ ਗ੍ਰਹਿ ਪ੍ਰਵੇਸ਼ ਇਕੱਠਾ ਹੋਣਾ ਸੀ, ਉਹ ਮੌਤ ਪ੍ਰਵੇਸ਼ ਵਿੱਚ ਇਕੱਠੇ ਹੋਏ ਸਾਰੇ। ਉਹ ਮੋਢੇ ਤੇ ਲੈ ਕੇ ਤੁਰ ਕੇ ਗਏ। ਮੈਂ ਕਿਹਾ ਦੇਖੋ ਬੰਦੇ ਨੇ ਕਿਤਨੇ ਚਾਅ ਨਾਲ ਮਕਾਨ ਬਣਾਇਆ। ਆਪ ਦੇਖ ਕੇ ਸਾਰੀਆਂ ਵਧੀਆ ਤੋਂ ਵਧੀਆ ਚੀਜ਼ਾਂ ਲਵਾਈਆਂ ਵੀ ਮੈਂ ਆਪਣੇ ਬਰਤਨ ਵਾਸਤੇ ਲਵਾਉਣੀਆਂ, ਬਾਥਰੂਮ ਦੇ ਵਿੱਚ ਇਹ ਚੀਜ਼ਾਂ ਲਵਾਉਣੀਆਂ, ਪਰ ਉਹਨੂੰ ਚੇਤੇ ਵਿੱਚ ਹੀ ਨਹੀਂ ਵਿਚਾਰੇ ਨੂੰ ਕਿ ਮੌਤ ਆ ਵੀ ਜਾਣੀ ਹੈ, ਸੱਦਾ ਆ ਵੀ ਜਾਣਾ। ਲੋਕ ਇਕੱਠੇ ਹੋਏ, ਪਰ ਹੈਰਾਨੀ ਦੀ ਗੱਲ ਕਿ ਲੋਕ ਹੁਣ ਉਹਨੂੰ ਤੋੜਨ ਵਾਸਤੇ ਇਕੱਠੇ ਹੋਏ। ਇਸ ਕਰਕੇ ਪਿਆਰਿਓ, ਕੁਛ ਨਹੀਂ ਪਤਾ ਜੀਵਨ ਦਾ ਕਿ ਕਦੋਂ ਸੱਦਾ ਆ ਜਾਏ। ਸੰਸਾਰ ਦੀ ਇਹਨਾਂ ਕਲੋਲਾਂ ਵਿੱਚ ਹੀ ਨਾ ਲੱਗੇ ਰਹਿ ਜਾਈਏ। ਬਾਬਾ ਫਰੀਦ ਜੀ ਸਮਝਾਉਣਾ ਚਾਹੁੰਦੇ ਨੇ ਕਿ ਰੱਬ ਨੂੰ ਚੇਤੇ ਕਰ, ਤੇ ਰੱਬ ਚੇਤੇ ਹੋਵੇਗਾ ਤੇ ਰੱਬ ਦਾ ਹੁਕਮ ਵੀ ਤੁਹਾਨੂੰ ਚੇਤੇ ਹੋਵੇਗਾ, ਮੌਤ ਵੀ ਚੇਤੇ ਹੋਵੇਗੀ, ਰੱਬ ਦੀਆਂ ਗੱਲਾਂ ਵੀ ਚੇਤੇ ਹੋਣਗੀਆਂ। ਔਰ ਜਿੱਦਾਂ ਇਹ ਗੱਲ ਚੇਤੇ ਹੋ ਗਈ, ਫਿਰ ਹੋ ਜਾਣਗੇ ਇਹ ਲੋਕ ਸੁਖੀਏ ਪਰ ਲੋਕ ਸਵੇਲੇ, ਨਾਨਕ ਹਰ ਭਉ ਆਪੇ ਮਿਲੇ। ਬੇਅੰਤ ਭੁੱਲਾਂ ਦੀ ਖਿਮਾ। ਸਾਰਿਆਂ ਦਾ ਧੰਨਵਾਦ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਸ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ। ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਰਾਹੋ ਪੁੰਨ ਦਾਨ ਪੂਜਾ ਪਰਮੇਸ਼ਰ, ਹਰ ਕੀਰਤ ਤਤ ਵਿਚਾਰੇ। ਗੁਣ ਗਾਵਤ ਅਤੁਲ ਸੁਖ ਪਾਇਆ, ਠਾਕੁਰ ਅਗਮ ਅਪਾਰੇ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨਕਾ ਬਹੁਰ ਕਛ ਨ ਵਿਚਾਰੇ। ਨਾਮ ਰਤਨ ਸੁਨ ਜਪ ਜਪ ਜੀਵਾ, ਹਰ ਨਾਨਕ ਕੰਠ ਮਝਾਰੇ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨਕਾ ਬਹੁਰ ਕਛ ਨ ਵਿਚਾਰੇ। ਨਾਮ ਰਤਨ ਸੁਨ ਜਪ ਜਪ ਜੀਵਾ, ਹਰ ਨਾਨਕ ਕੰਠ ਮੁਝਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗ ਗੁੜੀ ਦੇਵਕੀ ਮਹਿਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤਾ ਕੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਸਿਰਜਨਹਾਰੋ। ਤੁਮ ਗਾਵੋ ਮੈਂ ਨਿਰਭਉ ਕਾ ਸੋਹਿਲਾ ਹੂੰ ਵਰਜ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤਿਨ ਜਿਹੜੇ ਸੰਭਾਲਨ ਦੇਖੇਗਾ ਦੇਵਨਹਾਰ ਤੇਰੇ ਦਾਨ ਨੇ ਕੀਮਤ ਨਾ ਵਿਸ ਦਾਤੇ ਕੌਣ ਸਮਾਰ ਸਮਤ ਸਾਲ ਲਿਖਿਆ ਮਿਲ ਕਰ ਪਾਵੋ ਤੇਲ। ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸੋ ਮੇਲ ਕਰ ਕਰ ਇਹੋ ਪਹੁੰਚਾ। ਸਦੜੇ ਨਿਤ ਪਵਨ ਸਦਨ ਹਾਰ ਸਿਮਰੀਐ ਨਾਨਕ ਸੇ ਦੇ ਆਵਨ। ਰਾਗ ਆਸਾ ਮਹਿਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸ ਵਿੱਚ ਸਿਆਂ ਘੜੀਆਂ ਪੈਰਾਂ ਤਤੀ ਵਾਰੀ ਮਹਾ ਹੋਆ ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਧਨਾਸੀ ਮਹਿਲਾ ਪਹਿਲਾ। ਗगन में थाल रवचंद दीपक बने तारका मंडल जनक मोती। तो मनियाल लो पवन चबरो करे सगल बनराय फुलंत ज्योति। कैसी आरती हुई पखड़ना तेरी आरती अनता शब्द बाजन पहरी रहाओ। सैस तब नैन नन नैन है तो एको सैस मूर्त नन एक तो ही सैस पद विमल नन एक पद गंध बिन सैस तब गंध इव चलत मोही। समय जो जोत है सोए हृदय चानन समय चानन होए गुर साखी जोत प्रगट होए। जो तिस भावै सुवारती होए हर चरण करुण मकरन लोहित। मनन दिनों मोहि आई प्यासा कृपा जल दे नानक सारंग को होए जाते तरनाई वासा। राग गोड़ी पूरी महला चौथा। काम क्रोध नगर पो भरया में साधु खंडल खंडाहे। पूर्व लिखत लिखे गुर पाया मन हल्ले मंडल मंडाहे। कर साधु अंजलि पुन वड्डाहे। कर डंडोत पुन वड्डाए रहाउ। साकत हर साध न जाने तिन अंतर हो मैं कंडाहे। जो जो चलच बधु पामे जमकाल सह से डंडाहे। हर जन हर हर नाम समाने दुख जन्म मरण पहु खंडाहे। अविनाशी प्रभु पाया परमेश्वर बहुत सोभ खंड ब्रह्मंडाहे। हम गरीब मस्किन प्रभु तेरे हर राख राख बट वड्डाहे। जन नानक नाम धार टेकर नामी ही सुख मंडाहे। राग गोड़ी पूरी महला पंजवा। करो बिनंती सुनो मेरे मीता संत टहल की बेला। इहाँ खाट चलो हर लाहा आगे वसन सुहेला। ओत घटै दिन सरै नारे मन गुर मिलका सवारे रहाओ। एह संसार विकार संसे में तरियो ब्रह्म ज्ञानी। जिसै जगाए प्यावे एह रस अकथ कथा तिन जानी। जाकू वाय सोई विहाजू हर गुर ते मनै बसेरा। निज कर महल पाओ सुख सहजे बहु न होए गो फेरा। अंतर जामी पुरख विदाते श्रद्धा मन की पूरे। नानक दास है सुख मांगे मोकर संतन की तूरे। अंतर जामी पुरख विधाते श्रद्धा मन की पूरे। नानक दास यह सुख मांगे मोको कर संतन की तूरे।